ਦ ਸਿੱਖ ਵਿਊ ਪੁਆਇੰਟ ਚੈਨਲ ਨਾਲ ਜੁੜੇ ਦਰਸ਼ਕਾਂ ਦਾ ਬਹੁਤ ਨਿੱਘਾ ਸਵਾਗਤ ਹੈ। ਸਾਰਿਆਂ ਨਾਲੋਂ ਪਹਿਲਾਂ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਬੀਤੇ ਦਿਨੀ 10 ਮਾਰਚ 2022 ਨੂੰ ਪੰਜਾਬ ਦੀਆਂ ਚੋਣਾਂ ਦਾ ਨਤੀਜਾ ਆਇਆ। ਇਹਨਾਂ ਨਤੀਜਿਆਂ ਦੇ ਆਉਣ ਤੋਂ ਮਗਰੋਂ ਪਤਾ ਲੱਗਿਆ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਸ ਨੂੰ ਲੋਕਾਂ ਨੇ ਇੱਕ ਤਰਫਾ ਹੁੰਗਾਰਾ ਦਿੱਤਾ, ਅਤੇ ਇੰਨਾ ਵੱਡਾ ਹੁੰਗਾਰਾ ਕਿ ਬਾਕੀ ਜਿਹੜੀ ਸਿਆਸੀ ਦਲ ਨੇ ਅਤੇ ਸਿਆਸੀ ਆਗੂ ਨੇ ਉਹਨਾਂ ਨੂੰ ਤਾਂ ਪੂੰਝ ਕੇ ਹੀ ਰੱਖ ਦਿੱਤਾ। ਇਸ ਸਾਰੇ ਵਰਤਾਰੇ ਨੂੰ ਅੱਜ ਆਪਾਂ ਸਰਦਾਰ ਅਜਮੇਰ ਸਿੰਘ ਦੀ ਜ਼ੁਬਾਨੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਰਿਆਂ ਨਾਲੋਂ ਪਹਿਲਾਂ ਉਹਨਾਂ ਦਾ ਇਸ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ ਅਤੇ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰਿਆਂ ਨਾਲੋਂ ਪਹਿਲਾਂ ਆਪਾਂ ਗੱਲਬਾਤ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਜੋ ਕੱਲ੍ਹ ਬੀਤੀ ਦਿਨੀ 10 ਮਾਰਚ ਨੂੰ ਪੰਜਾਬ ਦੀਆਂ ਚੋਣਾਂ ਦੇ ਨਤੀਜੇ ਆਉਂਦੇ ਨੇ ਅਤੇ ਉਹਦੇ ਵਿੱਚ ਲੋਕਾਂ ਵੱਲੋਂ ਆਪ ਨੂੰ ਇੱਕ ਭਰਵਾਂ ਹੁੰਗਾਰਾ ਮਿਲਦਾ ਹੈ। ਇਹ ਸਾਰੇ ਵਰਤਾਰੇ ਨੂੰ ਆਪ ਜੀ ਕਿਵੇਂ ਦੇਖਦੇ ਹੋ? ਦੇਖੋ, ਕਾਫੀ ਅਹਿਮ ਹੈ। ਇਸ ਪੱਖੋਂ ਅਹਿਮ ਹੈ ਕਿ ਇਹ ਲਾਮਿਸਾਲ ਹੈ। ਅੱਗੇ ਇਸ ਕਿਸਮ ਦਾ ਹੁੰਗਾਰਾ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਜਦੋਂ ਲੜਦੀਆਂ ਸੀ, ਕਦੇ ਇੱਕ ਨੂੰ ਮਿਲ ਗਿਆ ਕਦੇ ਦੂਜੇ ਨੂੰ। ਇਸ ਲੈਵਲ 'ਤੇ ਤਾਂ ਕਦੇ ਵੀ ਨਹੀਂ ਮਿਲਿਆ। ਚਲੋ ਫਿਰ ਵੀ ਹੁੰਦਾ ਸੀ ਵੀ ਇੱਕ ਤਰਫਾ। ਇਹ ਕਈ ਮੌਕੇ ਆਏ ਜਦੋਂ ਜਾਂ ਕਾਂਗਰਸ ਸੁੰਝੀ ਗਈ ਜਾਂ ਅਕਾਲੀ। ਪਰ ਐਤਕੀ ਇੱਕ ਨਵੀਂ ਪਾਰਟੀ ਸਮਝ ਲਓ, ਰਿਲੇਟਿਵਲੀ ਨਵੀਂ ਪਾਰਟੀ, ਇਹਨਾਂ ਦੋਵੇਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਅਤੇ ਹੁੰਗਾਰਾ ਕੀ ਮਿਲਿਆ, ਜਿਵੇਂ ਕਹਿ ਲਓ ਵੀ ਜਿਵੇਂ ਸਭ ਕੁਛ ਸਾਫ਼ ਹੀ ਕਰਤਾ। ਇਹ ਕਿਸੇ ਦੀ ਵੀ ਐਡੀ ਜੋ ਵੀ ਪਹਿਲਾਂ ਅਨੁਮਾਨ ਆਏ, ਕਿਸੇ ਵੀ ਵਿਸ਼ਲੇਸ਼ਕ ਦਾ, ਕਿਸੇ ਵਿਦਵਾਨ ਦਾ ਇਹ ਅਨੁਮਾਨ ਨਹੀਂ ਸੀ ਇੰਨਾ। ਇਹ ਤਾਂ ਸੀ ਵੀ ਵੋਟ ਪਊ ਬਹੁਤ ਅਤੇ ਵੱਧ ਸੰਭਾਵਨਾ ਆਪ ਦੇ ਜਿੱਤਣ ਦੀ ਬਣ ਰਹੀ ਸੀਗੀ। ਪਰ ਆਹ ਜਿਹੜਾ ਸਕੇਲ ਹੈ ਇਸ ਲੈਵਲ 'ਤੇ ਹੋ ਜਾਊਗਾ, ਇਹ ਨਹੀਂ ਫੜਿਆ ਗਿਆ ਕਿਸੇ ਤੋਂ ਜ਼ਿਆਦਾਤਰ। ਉਹਦਾ ਤਾਂ ਮੈਨੂੰ ਲੱਗਦਾ ਕਾਰਨ ਇਹੀ ਹੈ ਕਿ ਜਦੋਂ ਵੀ ਕੋਈ ਮਨੁੱਖ ਕਿਸੇ ਇਹੋ ਜਿਹੇ ਸਮਾਜਿਕ ਵਰਤਾਰੇ ਨੂੰ ਦੇਖਦਾ, ਉਹਦੇ ਬਾਰੇ ਆਪਦੀ ਕੋਈ ਧਾਰਨਾ ਬਣਾਉਂਦਾ ਹੈ, ਇੱਕ ਤਾਂ ਉਂਝੀ ਬੁੱਧੀ ਦੀ ਸੀਮਾ ਹੈ। ਇਹ ਕੋਈ ਮੌਸਮ ਦਾ ਹਾਲ ਤਾਂ ਹੈ ਨਹੀਂ ਵੀ ਕੁਛ ਪੈਰਾਮੀਟਰਸ ਦੇਖੇ। ਉਹ ਤਾਂ ਮੌਸਮ ਵੀ ਪ੍ਰੈਡਿਕਟ ਕਰਨਾ ਸਹੀ ਕਿੰਨੀ ਵਾਰ ਗਲਤ ਸਿੱਧ ਹੋਇਆ ਹੈ। ਪਰ ਇਹ ਤਾਂ ਇੱਕ ਸਮਾਜਿਕ ਵਰਤਾਰਾ ਹੈ। ਸੋ ਇਹਨੂੰ ਬਿਲਕੁਲ ਐਗਜੈਕਟਲੀ ਕੋਈ ਇਸ ਤਰ੍ਹਾਂ ਪ੍ਰੈਡਿਕਟ ਕਰ ਸਕਣਾ ਕਈ ਵਾਰ ਔਖਾ ਹੁੰਦਾ ਹੈ। ਸੋ ਇੱਕ ਤਾਂ ਬੁੱਧੀ ਦੀ ਸੀਮਾ ਹੀ ਕਹਿ ਲਈਏ ਮਨੁੱਖ ਦੀ ਨਾ। ਦੂਜੀ ਗੱਲ, ਇੱਕ ਆਪਦਾ ਝੁਕਾਅ ਵੀ ਹੁੰਦਾ। ਡਿਟੈਚਡ ਐਨਾਲਿਸਿਸ ਕਰ ਸਕਣਾ ਇਹ ਬਹੁਤ ਘੱਟ ਬੰਦਿਆਂ 'ਚ ਯੋਗਤਾ ਹੁੰਦੀ ਹੈ। ਬਹੁਤ ਵੈਰੀ ਰੇਅਰ। ਆਪਾਂ, ਮੈਂ ਆ, ਕੋਈ ਵੀ ਹੈ, ਉਹਦੀ ਵਿਸ਼ਫੁਲ ਥਿੰਕਿੰਗ, ਉਹ ਚਾਹੁੰਦਾ ਕੀ ਹੈ, ਉਹਦਾ ਕਿਤੇ ਨਾ ਕਿਤੇ ਰਲਾਅ ਵਿੱਚ ਆ ਜਾਂਦਾ ਹੈ। ਸੋ ਇੱਕ ਤਾਂ ਇਹ ਹੋ ਗਿਆ। ਦੂਜੀ ਗੱਲ, ਜਿਹੜਾ ਇਹਦਾ ਕਾਰਨ ਕੀ ਹੈ, ਮੈਨੂੰ ਇਹ ਲੱਗਦਾ ਕਿ 3 ਜਾਂ 4 ਕਾਰਨ ਅਸੀਂ, ਉਂਝ ਤਾਂ ਅਨੇਕਾਂ ਗਿਣੇ ਜਾ ਸਕਦੇ ਹੁੰਦੇ ਨੇ, ਪਰ ਜਿਹੜੇ ਵੱਡੇ ਮੇਜਰ ਕਾਰਨ ਜਾਂ ਬੁਨਿਆਦੀ, ਉਹ 3 ਬਣਦੇ ਨੇ। ਇੱਕ ਤਾਂ ਇਹ ਕਿ ਲੋਕਾਂ ਦੇ ਮਨਾਂ 'ਚ ਦੋਵੇਂ ਪਾਰਟੀਆਂ ਵੀ ਉਹ ਬਾਰੋ ਬਾਰੀ, ਦੋ ਪਾਰਟੀਆਂ ਕੀ ਦੋ ਪਰਿਵਾਰ ਵੀ ਉਹ ਬਾਰੋ ਬਾਰੀ ਇਸ ਤਰ੍ਹਾਂ ਕਰੀ ਜਾਂਦੇ ਨੇ। ਅਤੇ ਇਹ ਵੀ ਬਣ ਗਿਆ ਸੀ ਵੀ ਉਹ ਜਿਵੇਂ ਨੂਰਾ ਕੁਸ਼ਤੀ ਹੁੰਦੀ ਹੈ ਨਾ, ਰਲ ਕੇ ਵੀ ਖੇਡ ਰਹੇ ਨੇ। ਤੋ ਇੱਕ ਤਾਂ ਉਹਨਾਂ ਨੇ ਜੋ ਪੰਜਾਬ ਦਾ ਬਣਾਤਾ ਪਿਛਲੇ ਪੀੜ 'ਚ, ਜਿੰਨਾ ਉਜਾੜਤਾ ਪੰਜਾਬ, ਜਿੰਨੀ ਬੇਰਹਿਮੀ ਨਾਲ, ਉਹਦੇ ਖਿਲਾਫ ਲੋਕਾਂ ਦੇ ਨਾ ਮਨਾਂ 'ਚ ਗੁੱਸਾ ਬਹੁਤ ਜ਼ਿਆਦਾ ਸੀ, ਜਿਹਨੂੰ ਅਸੀਂ ਫਿਊਰੀ ਨਹੀਂ ਕਹਿੰਦੇ ਨਾ, ਵੀ ਇੱਕ ਜਿਵੇਂ ਤੂਫਾਨ ਹੀ ਉੱਠ ਖੜਿਆ ਹੁੰਦਾ ਨਾ ਅੰਦਰ ਗੁੱਸੇ ਦਾ। ਅਤੇ ਉਹ ਸਬਕ ਸਿਖਾਉਣਾ ਇਹਨਾਂ ਨੂੰ ਚਾਹੁੰਦੇ ਸੀ। ਇਹਦੀ ਇੰਟੈਂਸਿਟੀ ਵਧਾਤੀ ਕਿਸਾਨ ਅੰਦੋਲਨ ਨੇ। ਉਹ ਜੋ ਸਾਲ ਤੋਂ ਵੱਧ ਉਹ ਚੱਲੇ, ਸਟੇਜਾਂ ਲੱਗੀਆਂ, ਉੱਥੋਂ ਨੈਰੇਟਿਵ ਡਿਸਕੋਰਸ ਹੋਇਆ, ਉਹਨੇ ਇਹਦੀ ਇੰਟੈਂਸਿਟੀ ਬਹੁਤ ਵਧਾਤੀ।
ਆਮ ਬੰਦਿਆਂ ਦੀ ਪੱਧਰ ਤੱਕ ਬਾਰ-ਬਾਰ ਗੱਲਾਂ ਜਾਂਦੀਆਂ ਸੀ। ਸੋ ਜਿਹਦੇ ਚੋਂ ਕੁਛ ਹਿੱਸਿਆਂ ਦੀ ਇਹ ਵੀ ਸੀ ਵੀ ਯਾਰ ਹੁਣ ਕਿਸਾਨਾਂ ਨੇ ਮੋਰਚਾ ਤਾਂ ਜਿੱਤ ਲਿਆ ਮੰਗਾਂ ਵਾਲਾ, ਹੁਣ ਆਹ ਕੰਮ ਵੀ ਕਰੋ, ਆਪਦੀ ਪਾਰਟੀ ਬਣਾਓ ਸਾਰੇ ਇਕੱਠੇ ਹੋ ਕੇ, ਤੇ ਹੁਣ ਆਹ ਗੰਦ ਵੀ ਹੁੰਝੋ। ਇੱਕ ਸੈਕਸ਼ਨ ਇਹ ਸੀ। ਪਰ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੀ ਇਹ ਕਹਿ ਲਓ ਕਿ ਤਿਆਰੀਆਂ ਬਹੁਤ, ਜਿਵੇਂ ਉਹਨੇ ਤਿਆਰੀਆਂ ਕੀਤੀਆਂ ਨਾ, ਲੰਮੇ ਚਿਰ ਤੋਂ ਲੱਗੇ ਪਏ ਸੀ, ਇਹ ਖੜੇ ਪੈਰ ਨਹੀਂ ਕੁਛ ਹੁੰਦਾ। ਸੋ ਉਹਨਾਂ ਦੀਆਂ ਉਹ ਜਿਹੜੀਆਂ ਤਿਆਰੀਆਂ ਨੇ, ਇੱਕ ਤਾਂ ਉਹਦਾ ਜਥੇਬੰਦਕ ਪਹਿਲੂ, ਬਹੁਤ ਅਗੇਤਰੇ ਉਹਨਾਂ ਨੇ ਬੰਦੇ ਟਿਕਤੇ ਸੀਗੇ ਵੀ ਕਿੱਥੋਂ ਕਿਹਨੇ ਖੜੇ ਹੋਣਾ, ਤੇ ਉਹਨਾਂ ਨੂੰ ਪੂਰਾ ਵੀ ਐ ਭਮੀਰੀਆਂ ਬਣਾਤਾ ਵੀ ਲੱਗ ਜਾਓ ਕੰਮ ਵਿੱਚ। ਇੱਕ ਸੀਟ ਤੋਂ ਕਿਹਨੂੰ ਟਿਕਟ ਦੇਣੀ ਆ, ਉੱਥੇ 5-5 ਬੰਦੇ ਉਹਨਾਂ ਨੇ ਕੰਪੀਟੀਸ਼ਨ 'ਚ ਪਾ ਕੇ ਵੀ ਆਹ ਨੈਰੇਟਿਵ ਲੈ ਕੇ ਜਾਓ, ਪੈਸੇ ਖਰਚੋ, ਤੇ ਇੱਕ ਵਾਰ ਕਿ ਨਾ ਤੁਸੀਂ ਬੰਨੋ ਹਵਾ ਜੀ। ਉਹ ਉਹਨਾਂ ਦਾ ਬਹੁਤ ਕਾਮਯਾਬ ਰਿਹਾ, ਸਮਾਂ ਵੀ ਮਿਲ ਗਿਆ, ਤੇ ਉਹਨਾਂ ਕੋਲ ਨਾ ਇੱਕ ਜਿਵੇਂ ਪ੍ਰੋਡਕਟ ਵੀ ਸੀ ਵੇਚਣ ਨੂੰ। ਉਹ ਪ੍ਰੋਡਕਟ ਇਹ ਸੀ ਵੀ ਜਿਵੇਂ ਉਹ ਕਹਿੰਦੇ ਵੀ ਦਿੱਲੀ 'ਚ ਅਸੀਂ ਕੁਛ ਕਰਕੇ ਦਿਖਾਤਾ। ਉਹ 'ਚ ਸੱਚਾਈ ਕਿੰਨੀ ਹੈ, ਝੂਠ ਕਿੰਨਾ, ਇਹ ਗੱਲ ਕਈ ਵਾਰ ਬੇਮੈਨੇ ਹੋ ਜਾਂਦੀ ਹੈ ਜਦੋਂ ਤੁਸੀਂ ਮਾਰਕੀਟਿੰਗ ਕਰਦੇ ਹੋ ਆਪਦੇ ਪ੍ਰੋਡਕਟ ਦੀ। ਉਹ ਉਹਨਾਂ ਨੇ ਬਾਕਮਾਲ ਕੀਤੀ, ਆਲਮੋਸਟ ਜਿਵੇਂ ਕਾਰਪੋਰੇਟ ਕਰਦੇ ਚੀਜ਼ ਦੀ ਮਾਰਕੀਟਿੰਗ, ਵੇਚਣ ਦੇ ਮਾਮਲੇ 'ਚ ਵੀ, ਤੇ ਆਰਗੇਨਾਈਜੇਸ਼ਨਲ ਤਿਆਰੀਆਂ ਵੀ, ਕੋਈ ਕਸਰ ਨਹੀਂ ਛੱਡੀ, ਮਿਹਨਤ ਕੀਤੀ ਬੰਦਿਆਂ ਨੇ। ਸੋ ਇਹ ਫੈਕਟਰ ਵੀ ਬਹੁਤ ਵੱਡਾ ਸਾਬਤ ਹੋਇਆ ਹੈ। ਤੇ ਇਸ ਤੋਂ ਅੱਗੇ ਆ ਜਾਂਦਾ ਹੈ CM ਦਾ ਚਿਹਰਾ। ਇਹ ਗੱਲ ਮੰਨਣੀ ਪਊ ਵੀ ਜੇ ਭਗਵੰਤ ਮਾਨ ਦੀ ਜਗ੍ਹਾ ਕੋਈ ਹੋਰ CM ਦਾ ਚਿਹਰਾ ਹੋ, ਜਿਵੇਂ ਕੇਜਰੀਵਾਲ, ਭਗਵੰਤ ਮਾਨ ਉਹਦੀ ਆਖਰੀ ਚੋਇਸ ਸੀ। ਉਹਨੇ ਬੜੇ ਯਤਨ ਕੀਤੇ, ਨੰਬਰ 1 ਤੇ ਬਲਵੀਰ ਸਿੰਘ ਰਾਜੇਵਾਲ, ਫਿਰ ਕਦੇ ਉਹਦਾ SP ਸਿੰਘ ਓਬਰਾਏ, ਵੀ ਕੋਈ ਇਹੀ ਜਿਹੀ ਸ਼ਖਸੀਅਤ ਲਿਆਈਏ। ਇਹ ਭਗਵੰਤ ਮਾਨ ਨੂੰ ਉਹ ਨਹੀਂ ਸੀ ਚਾਹੁੰਦਾ। ਉਹਦਾ ਵੱਡਾ ਕਾਰਨ ਇਹ ਹੈ ਵੀ ਭਾਵੇਂ ਕੇਜਰੀਵਾਲ ਹੈ, ਹਾਈ ਕਮਾਂਡ ਕਿਸੇ ਵੀ ਪਾਰਟੀ ਦੀ ਹੈ, ਉਹ ਆਪਦੇ ਲੋਕਾਂ ਨਾਲ ਜੁੜਿਆ ਆਗੂ ਨਾਲ, ਉਹ ਤੋਂ ਉਹਨੂੰ ਖਤਰਾ ਹੀ ਖਤਰਾ ਹੁੰਦਾ। ਪਿੱਠੂ ਉਹ ਬਣੂ ਜਿਹਦੇ ਕੋਲ ਆਪਦਾ ਬਹੁਤਾ ਨਹੀਂ, ਉਹਨਾਂ ਦੇ ਰਹਿਮੋ ਕਰਮ ਤੇ ਹੋਊ। ਸੋ ਭਗਵੰਤ ਮਾਨ ਤੋਂ ਉਹਨਾਂ ਨੂੰ ਇਹ ਇੰਨਾ ਕੁ ਖਤਰਾ ਸੀ ਵੀ ਉਹਦੀ ਪਾਪੂਲੈਰਿਟੀ, ਉਹਦਾ ਲੋਕਾਂ ਨਾਲ ਜੁੜੇ ਹੋਣਾ, ਉਹ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈ। ਜਿਹੜਾ ਕੇਜਰੀਵਾਲ ਦਾ ਜਾਂ ਆਮ ਆਦਮੀ ਪਾਰਟੀ ਦਾ ਇੱਕ ਸਟਾਈਲ ਹੈ ਵੀ ਟੋਟਲੀ ਸੈਂਟਰਲਾਈਜ਼ਡ ਕਰਕੇ ਹਰ ਚੀਜ਼ ਉੱਥੋਂ ਡਿਸਾਈਡ ਹੋਣੀ ਹੈ, ਕੈਂਡੀਡੇਟਸ ਤੋਂ ਲੈ ਕੇ ਪ੍ਰਾਪੇਗੰਡੇ ਦਾ, ਉਹਦੀ ਕੰਟੈਂਟ ਕੀ ਹੋਵੇ, ਉਹਦੀ ਸੁਰ ਕੀ ਹੋਵੇ, ਉਹਦੀ ਪਿੱਚ ਕੀ ਹੋਵੇ, ਐਵਰੀਥਿੰਗ। ਸੋ ਉਹ ਹੁਣ ਇਹ ਲੱਗਦਾ ਵੀ ਜੇ ਕਿਤੇ ਉਹ ਰਾਜੇਵਾਲ ਨੂੰ ਚੁਣ ਲੈਂਦੇ, ਇਹ ਬਹੁਤ ਡਿਜ਼ਾਸਟਰਸ ਹੋਣਾ ਸੀ। ਇਹ ਕਹਿ ਲਓ ਕਿ ਆਤਮਘਾਤੀ ਫੈਸਲਾ ਉਹਨਾਂ ਦਾ ਬਣ ਸਕਦਾ ਸੀ, ਕਿਉਂਕਿ ਉਹਨਾਂ ਦੀ ਅਸੈਸਮੈਂਟ ਰਾਜੇਵਾਲ ਬਾਰੇ ਨਾ ਬਹੁਤ ਗਲਤ ਬਣ ਗਈ ਸੀ ਵੀ ਜਿਵੇਂ ਸੱਚਮੁੱਚ ਹੀ ਉਹ ਬਹੁਤ ਪਾਪੂਲਰ ਲੀਡਰ ਹੈ, ਤੇ 32 ਦੀਆਂ 32 ਕਿਸਾਨ ਜਥੇਬੰਦੀਆਂ ਉਹਨੂੰ ਜਿਵੇਂ ਆਪਦਾ ਅਨਕੁਐਸਚਨਡ ਲੀਡਰ ਮੰਨ ਕੇ ਚੱਲ ਰਹੀਆਂ। ਇਹ ਬਹੁਤਾ ਹੀ ਗਲਤ ਪ੍ਰਭਾਵ ਬਣ ਗਿਆ। ਬਾਕੀ ਉਹਦੇ ਕਿਰਦਾਰ ਬਾਰੇ ਉਹਨਾਂ ਨੂੰ ਨਹੀਂ ਸੀ ਪਤਾ, ਕਿਉਂਕਿ ਮੈਂ ਪਹਿਲਾਂ ਵੀ ਕਿਤੇ ਗੱਲ ਕੀਤੀ ਹੈ ਵੀ ਉਹ ਜਿੰਨਾ ਬੇਈਮਾਨ ਤੇ ਝੂਠਾ ਵੀ ਆਪਦੇ ਨਾਲਦਿਆਂ ਨੂੰ ਉਹਲੇ 'ਚ ਰੱਖਦਾ, ਹਰ ਗੱਲ 'ਚ ਕੀ ਕਰ ਰਿਹਾ ਉਹ ਉਹਲੇ 'ਚ ਤੇ ਹਨੇਰੇ 'ਚ ਕਰਦਾ। ਨਾਲ ਤੋਂ ਇੱਕ ਤਾਂ ਲੋਕਾਂ ਤੋਂ ਰੱਖਣਾ, ਇੱਕ ਜਿਹੜੇ ਤੁਹਾਡੇ ਨਾਲ ਚੱਲੇ ਨੇ ਉਹਨਾਂ ਨੂੰ ਵੀ ਕੁਛ ਗੱਲਾਂ ਤੇ ਹਨੇਰੇ 'ਚ ਰੱਖਣਾ। ਸੋ ਇਹ ਏਡੀ ਗੱਲ ਨਹੀਂ ਚੱਲਦੀ ਹੁੰਦੀ। ਇੱਕੋ ਦਾ ਕਿਰਦਾਰ ਕਿੰਨਾ ਹੌਲਾ ਹੈ ਇਹ ਉਹਨਾਂ ਨੂੰ ਪਤਾ ਨਹੀਂ ਸੀ। ਉਹ ਇੱਕ ਜਿਵੇਂ ਕਿਸਾਨ ਮੋਰਚੇ ਦੇ ਮੀਡੀਆ ਨੂੰ ਆਦਤ ਹੈ ਕਿਸੇ ਇੱਕ ਚਿਹਰੇ ਤੇ ਉਹਨਾਂ ਨੇ ਕਰਨਾ ਹੀ ਕਰਨਾ ਹੁੰਦਾ, ਹਰ ਘੋਲ ਦੇ ਵਿੱਚ ਹੀ। ਸੋ ਹੁਣ ਇਹ ਲੱਗਦਾ ਕਿ ਉਹ ਬਹੁਤ ਆਤਮਘਾਤੀ ਹੋਣਾ ਸੀ। ਸੋ ਭਾਵੇਂ ਉਹਨਾਂ ਨੂੰ ਰਿਲੈਕਟੈਂਟਲੀ ਅਣਸਰਦੇ ਨੂੰ ਭਗਵੰਤ ਮਾਨ ਚੁਣਨਾ ਪੈ ਗਿਆ, ਉਹਨੇ ਇੱਕਦਮ ਫਰਕ ਪਾਤਾ।
ਕਿਉਂਕਿ ਭਗਵੰਤ ਮਾਨ ਬਾਰੇ ਹੋਰ ਕਿਸੇ ਦਾ ਜੋ ਮਰਜ਼ੀ ਰਾਏ ਹੋਵੇ, ਉਹਦੀਆਂ ਦੋ ਗੱਲਾਂ, ਉਹਨੇ ਜਿੰਨੀ ਮਿਹਨਤ ਕੀਤੀ ਹੈ ਪਿਛਲੇ ਸਾਰੇ ਪੀੜ 'ਚ ਪੰਜਾਬ 'ਚ 7-8 ਸਾਲਾਂ 'ਚ। ਦੂਜੀ ਗੱਲ ਉਹਦੀ ਪਾਪੂਲੈਰਿਟੀ, ਉਹਦਾ ਲੋਕਾਂ ਨਾਲ ਜੁੜਨ ਦਾ, ਉਹਦਾ ਮੁਹਾਵਰਾ, ਉਹਦਾ ਗੱਲ ਕਰਨ ਦਾ ਤਰੀਕਾ ਜਿਹੜਾ ਨਾ, ਉਹ ਲੋਕਾਂ ਨੂੰ ਆਪਦਾ ਲੱਗਣ ਲੱਗ ਜਾਂਦਾ। ਤੇ ਉਹਨੇ ਫਿਰ ਇੱਕ ਫਰਕ ਪਾਤਾ ਵੀ ਸਾਡਾ ਬੰਦਾ ਹੈ ਜੀ। ਸੋ ਜਿਹੜੀ ਪਿਛਲੀ ਵਾਰ ਇਹ ਸੀ ਵੀ ਕੇਜਰੀਵਾਲ ਆਪ ਬਣਨਾ ਚਾਹੁੰਦਾ ਹੈ, ਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ, ਲੋਕਾਂ ਨੇ ਉਹ ਨਾਅਰਾ ਵੀ ਨਹੀਂ ਕਬੂਲ ਕੀਤਾ ਇੱਕ ਵਾਰ ਕੇਜਰੀਵਾਲ, ਉਹ ਬਦਲਣਾ ਪੈ ਗਿਆ ਉਹਨਾਂ ਨੂੰ ਵਿੱਚ ਆ ਕੇ, ਬਿਲਕੁਲ ਨਾਲ ਭਗਵੰਤ ਮਾਨ ਰੱਖਣਾ ਪੈ ਗਿਆ। ਉਹਨਾਂ ਦੀ ਤਾਂ ਇੰਟੈਂਸ਼ਨ ਦਿਸ ਗਈ ਸੀ ਨੀਤ ਕੀ ਹੈ, ਪਰ ਜਦੋਂ ਥੱਲਿਓਂ ਦੇਖਿਆ ਤੇ ਉਹ ਜਿਵੇਂ ਫਿਰ ਕਾਰਪੋਰੇਟ ਅਪਰੋਚ ਹੁੰਦੀ ਹੈ ਵੀ ਉਹ ਫਟਾਫਟ ਰੀਐਡਜਸਟ ਕਰਦੇ ਨੇ, ਵੀ ਇਹਨੂੰ ਐਂ ਨਹੀਂ ਆਪਾਂ ਇਹਨੂੰ ਐਂ ਕਰ ਲਈਏ। ਸੋ ਇਹ ਮੈਨੂੰ ਲੱਗਦਾ ਆ 4 ਫੈਕਟਰ ਜਿਹੜੇ ਨੇ ਨਾ, ਤੇ ਇੱਕ ਜਿਹੜਾ ਕਿਸਾਨ ਅੰਦੋਲਨ ਹੈ ਨਾ, ਉਹਨੇ ਲੋਕਾਂ ਦਾ ਗੁੱਸਾ ਆਪਾਂ ਪਹਿਲਾਂ ਵੀ ਕੀਤਾ, ਉਹਦਾ ਬਹੁਤ ਵੱਡਾ ਯੋਗਦਾਨ ਹੈ। ਸਾਰੇ ਲੋਕਾਂ ਜਿਵੇਂ ਉਠਾ ਤੇ ਘੇਰਾ ਹਰਕਤ 'ਚ ਲਿਆਤੇ, ਉਹਨਾਂ 'ਚ ਉਹ ਸਵੈ ਵਿਸ਼ਵਾਸ ਆ ਗਿਆ ਵੀ ਕਿਸੇ ਨੂੰ ਵੀ ਉਹ ਜਿਵੇਂ ਗੰਗੂ ਤੇਲੀ ਰਾਜੇ ਭੋਜ ਨੂੰ ਗੁਲਾਮੇ ਤੋਂ ਫੜ ਕੇ ਆ ਜਵਾਬ ਦੇ, ਇਹ ਬਹੁਤ ਵੱਡੀ ਗੱਲ ਹੋਈ। ਸੋ ਲੋਕ ਬੋਲਣ ਲਾਤੇ। ਇਹ ਫੈਕਟਰ ਬਣੇ ਜਿਹਦੇ ਕਰਕੇ ਐਡਾ ਉਹ ਤੂਫਾਨ ਜਿਹਾ ਬਣ ਗਿਆ ਇੱਕ। ਤੇ ਬਾਕੀ ਜਿਹੜਾ ਲੋਕਾਂ ਦਾ ਗੁੱਸਾ ਹੈ ਉਹ ਬਹੁਤ ਹੀ ਜੈਨੂਅਨ ਹੈ। ਇੱਕ ਗੱਲ ਤਾਂ ਦਿਖਾਤੀ ਵੀ ਲੋਕਾਂ ਦੇ ਦਿਲਾਂ 'ਚ ਪੰਜਾਬ ਨਾਲ ਜਿਹੜਾ ਪਿਆਰ ਹੈ, ਆਪਦੀ ਧਰਤੀ ਨਾਲ, ਆਪਦੇ ਲੋਕਾਂ ਨਾਲ, ਆਪਦੇ ਸੱਭਿਆਚਾਰ ਨਾਲ, ਆਪਦੇ ਇਤਿਹਾਸ ਨਾਲ, ਬੇਸਿਕਲੀ ਤਾਂ ਉਹ ਹੈ। ਉਹਨੂੰ ਕੋਈ ਕਿਵੇਂ ਮੈਨੀਪੂਲੇਟ ਕਰ ਜੇ, ਇੱਥੇ ਮੈਨੀਪੂਲੇਸ਼ਨ ਹੋਈ ਆ ਜ਼ਰੂਰ, ਉਹ ਆਪਾਂ ਬਾਅਦ 'ਚ ਗੱਲ ਕਰਾਂਗੇ, ਪਰ ਇਹ ਤਾਂ ਨਹੀਂ ਐਵੇਂ ਥੋੜ੍ਹਾ ਹਵਾ 'ਚ ਥੋੜ੍ਹਾ ਹੋ ਗਈ, ਲੋਕਾਂ ਦੇ ਮਨਾਂ 'ਚ ਇਹ ਗੱਲ ਪਈ ਹੈ। ਸੋ ਆਹ ਮੈਨੂੰ ਲੱਗਦਾ ਮੋਟੇ ਜੇ ਨਾ, ਐਂ ਤਾਂ ਹੁਣ ਅਨੇਕਾਂ ਗੱਲਾਂ ਕੀਤੀਆਂ ਜਾ ਸਕਦੀਆਂ, ਤਾਂ ਆਪਾਂ ਅੱਜ ਇਹ ਬੇਸਿਕ ਜੇ ਪੁਆਇੰਟ ਆ ਬਣ। ਸੋ ਨਤੀਜੇ ਆਉਣ ਤੋਂ ਮਗਰੋਂ ਜਿਹੜੀਆਂ ਹੁਣ ਤਾਈਂ 2 ਪੰਜਾਬ 'ਚ ਕਾਬਜ਼ ਧਿਰਾਂ ਰਹੀਆਂ ਨੇ, ਕਾਂਗਰਸ ਤੇ ਅਕਾਲੀ ਦਲ ਬਾਦਲ, ਇਹਨਾਂ ਤੋਂ ਜਦੋਂ ਇਹਨਾਂ ਦਾ ਪ੍ਰਤੀਕਰਮ ਮੰਗਿਆ ਗਿਆ, ਸੋ ਇਹਨਾਂ ਨੇ ਆਪਣੀ ਹਾਰ ਕਬੂਲ ਕੀਤੀ, ਲੋਕਾਂ ਦਾ ਫਤਵਾ ਪ੍ਰਵਾਨ ਕੀਤਾ, ਤੇ ਨਾਲ ਦੀ ਨਾਲ ਇਹਨਾਂ ਨੇ ਇਹ ਵੀ ਕਿਹਾ ਵੀ ਇਹ ਇਸ ਹਾਰ ਤੋਂ ਇਹ ਕੁਝ ਸਬਕ ਸਿੱਖਣਗੇ। ਹਾਂਜੀ, ਇਹ ਕਿੱਦਾਂ ਦਾ ਸਬਕ ਸਿੱਖਣਗੇ ਤੁਹਾਨੂੰ ਲੱਗਦਾ? ਦੇਖ ਰਮਨੀਕ ਸਿੰਘ, ਜਿਹੜਾ ਤਾਂ ਉਹਨਾਂ ਨੇ ਹਾਰ ਕਬੂਲ ਕੀਤੀ, ਇਹ ਜਿਸ ਕਿਸਮ ਦੀ ਹਾਰ ਹੋਈ ਆ, ਉਹਨਾਂ ਕੋਲ ਕੋਈ ਆਪਸ਼ਨ ਸੀ ਵੀ ਨਾ ਕਬੂਲ ਕਰਦੇ। ਜੋ ਥੋੜ੍ਹੀਆਂ ਸੀਟਾਂ ਤੇ ਹਾਰੇ ਹੁੰਦੇ, ਉਹਨਾਂ ਨੇ ਉਹ ਬੜੀਆਂ ਹੋਰ ਗੱਲਾਂ ਕਰਨੀਆਂ ਸੀ। ਸੋ ਇਹ ਹਾਰ ਕਬੂਲ ਕੀਤੀ, ਜਿਹਨੂੰ ਅਸੀਂ ਕਹਿ ਸਕਦੇ ਹਾਂ ਗ੍ਰੇਸਫੁਲੀ ਕਬੂਲ ਕੀਤੀ। ਉਹ ਤਾਂ ਉਹਨਾਂ ਕੋਲ ਆਪਸ਼ਨ ਹੀ ਕੋਈ ਨਹੀਂ, ਭਾਵੇਂ ਅਮਰਿੰਦਰ ਸਿੰਘ ਹੈ, ਭਾਵੇਂ ਕਿਸਾਨ ਮੋਰਚਾ ਹੈ, ਅਤੇ ਭਾਵੇਂ ਉਹ ਦੋਵੇਂ ਪਾਰਟੀਆਂ ਨੇ। ਉਹ ਤਾਂ ਠੀਕ ਹੈ। ਜਿਹੜਾ ਹੁਣ ਤੁਸੀਂ ਸਵਾਲ ਕੀਤਾ ਬਹੁਤ ਅਹਿਮ ਹੈ ਵੀ ਉਹ ਕੀ ਸਬਕ ਸਿੱਖਣਗੇ, ਸਿੱਖ ਵੀ ਸਕਣਗੇ ਕਿ ਨਹੀਂ। ਉਹਦੇ 'ਚ ਮੈਨੂੰ ਇਹ ਲੱਗਦਾ ਕਿ ਇਹ ਗੱਲ ਕਹਿਣ ਨੂੰ ਕਹਿਤੀ, ਇੱਕ ਵਾਰ ਤਾਂ ਕਹਿਣੀ ਹੈ, ਹੋਰ ਕੀ ਕਹਿਣਗੇ। ਮਤਲਬ ਬੰਦਾ ਇੱਕ ਐਡੀ ਵੱਡੀ ਹਾਰ ਦਾ ਕੋਈ ਤਾਂ ਜਵਾਬ ਲੈ ਕੇ ਜਾਊ, ਆਪਦੇ ਆਪ ਨੂੰ ਵੀ ਸੈਟਿਸਫਾਈ ਕਰਨਾ, ਲੋਕਾਂ ਦੀ ਵੀ ਤਸੱਲੀ ਜੀ ਕਰਾਉਣੀ ਹੈ। ਮੈਨੂੰ ਇਹ ਲੱਗਦਾ ਕਿ ਉਹ ਸਬਕ ਨਹੀਂ ਸਿੱਖ ਸਕਣਗੇ, ਕਿਉਂਕਿ ਸਬਕ ਸਿੱਖਣ ਦਾ ਮਤਲਬ ਕੀ ਉਹ ਪੰਜਾਬ ਪ੍ਰਤੀ ਸੁਹਿਰਦ ਹੈਗੇ। ਉਹ ਕਹਿ ਸਕਦੇ ਨੇ ਵੀ ਕੇਜਰੀਵਾਲ ਕਿਹੜਾ ਸੁਹਿਰਦ ਹੈ, ਪਰ ਉਹਦਾ ਪਹਿਲਾ ਮੌਕਾ ਹੈ, ਉਹਨੂੰ ਲੋਕਾਂ ਨੇ ਟੈਸਟ ਨਹੀਂ ਕੀਤਾ, ਤੁਹਾਨੂੰ ਟੈਸਟ ਕਰ ਚੁੱਕੇ ਆ। ਜਿੰਨਾ ਚਿਰ ਤੁਸੀਂ ਆਪਦੀ ਸੁਹਿਰਦਤਾ ਦਿਖਾ ਨਹੀਂ ਦਿੰਦੇ ਤੇ ਸਾਬਤ ਨਹੀਂ ਕਰ ਦਿੰਦੇ, ਕੱਲਾ ਤੱਕ ਹੁਣ ਇਹਨਾਂ ਦੀ ਕਹੀ ਹੋਈ ਗੱਲ ਤੇ ਕੋਈ ਯਕੀਨ ਕਰ ਲਓ ਤਾਂ ਸਟੇਜ ਲੰਘ ਗਈ। ਇਹ ਸੁਧਰ ਕੇ ਦਿਖਾ ਦੇਣ, ਮੇਰਾ ਖਿਆਲ ਹੈ ਜਿਵੇਂ ਕਹਿੰਦੇ ਨਾ, ਇਟ ਇਜ਼ ਨੈਕਸਟ ਟੂ ਇੰਪੋਸੀਬਲ। ਇਹ ਤਾਂ ਅਸੰਭਵ ਵਰਗੀ ਗੱਲ ਹੈ, ਜੋ ਉਹਨਾਂ ਦਾ ਬੁਨਿਆਦੀ ਕਿਰਦਾਰ ਹੈ। ਜੇ ਉਹ ਐਂ ਕਰਨਾ ਹੁੰਦਾ, ਬਹੁਤ ਮੌਕੇ ਆਏ। ਅਕਾਲੀਆਂ ਦੀ ਪਿਛਲੀ ਵਾਰ ਜਿੰਨੀ ਡਿਫੀਟ ਹੋਈ ਹੈ, ਉਹ ਵੀ ਛੋਟੀ ਹਾਰ ਨਹੀਂ ਸੀ। ਕੁਛ ਸਿੱਖਿਆ ਉਹਨਾਂ ਨੇ, ਕਿਤੇ ਸੱਚਾਈ, ਕਿਤੇ ਇਮਾਨਦਾਰੀ, ਸੱਚ ਬੋਲੇ ਹੋਣ,
ਉਦੋਂ ਵੀ ਬੇਸ਼ਰਮੀ ਦੀ ਲੈਵਲ ਤੇ ਜਿਵੇਂ ਸੁਖਵੀਰ ਬਾਦਲ ਨੇ, ਹਰਸਿਮਰਤ ਕੌਰ ਨੇ, ਵੀ ਜਿਹਨੇ ਬੇਅਦਬੀ ਕਰਵਾਈ ਹੈ, ਜਿਹੜਾ ਨਸ਼ੇ ਵੇਚਦਾ ਉਹਦਾ ਕੱਖ ਨਾ ਰਹੇ। ਇਦੋਂ ਵੱਡੀ ਗੱਲ ਕੀ, ਉਹਨਾਂ ਨੂੰ ਪਤਾ ਹੈ ਅੰਦਰੋਂ ਵੀ ਅਸੀਂ ਕਰਵਾਇਆ ਸਭ ਕੁਝ, ਲੋਕਾਂ ਨੂੰ ਵੀ ਪਤਾ ਹੈ। ਸੋ ਉਹ ਹੈ ਨਹੀਂ ਇਮਾਨਦਾਰੀ। ਮੈਂ ਕਹਿੰਦਾ ਇਮਾਨਦਾਰੀ ਵੀ ਹੋਵੇ, ਮੋਰਲ ਕਰੇਜ ਵੀ ਨਹੀਂ, ਆਤਮਕ ਬਲ ਚਾਹੀਦਾ। ਸੱਚ ਆਪਦੇ ਵੱਡੇ ਗੁਨਾਹ, ਇਹ ਗਲਤੀ ਨਹੀਂ। ਸੁਖਵੀਰ ਬਾਦਲ ਦਾ ਤੁਸੀਂ ਬਿਆਨ ਪੜ੍ਹੋ, ਬਿਟਵੀਨ ਦੀ ਲਾਈਨਸ, ਕਹਿੰਦਾ ਸਾਥੋਂ ਸ਼ਾਇਦ ਕੁਝ ਗਲਤੀਆਂ ਹੋਈਆਂ, ਸ਼ਾਇਦ ਸਾਡੀਆਂ ਕੁਝ ਕਮਜ਼ੋਰੀਆਂ ਸੀ, ਸ਼ਾਇਦ ਲਾਉਂਦਾ ਹੈ ਕੁਛ, ਵੀ ਤੂੰ ਸਿੱਧਾ ਕਹੇ ਅਸੀਂ ਬੇਈਮਾਨ ਸੀ, ਸਾਡੀ ਬੇਈਮਾਨੀ ਦੀ ਸਾਨੂੰ ਸਜ਼ਾ ਪਰਮਾਤਮਾ ਨੇ ਦੇ ਦਿੱਤੀ, ਇਹ ਤੇ ਨਹੀਂ ਉਹ ਆਉਣਗੇ। ਸੋ ਇਹ ਦੋ ਤਰ੍ਹਾਂ ਦਾ ਤਾਂ ਤੁਸੀਂ ਵਰਕਾ ਪਾੜ ਦਿਓ। ਅਜੇ ਕਾਂਗਰਸ ਦੇ ਵਿੱਚ ਟੁੱਟ ਭੱਜ ਹੋ ਕੇ, ਰੀਸ਼ਫਲਿੰਗ ਹੋ ਕੇ ਕੋਈ ਗੁੰਜਾਇਸ਼ ਇੱਕ ਅੱਧੇ ਬੰਦੇ ਕੁਛ ਕਹਿਣ ਵੀ ਯਾਰ ਹੁਣ ਮੰਨੋ ਸਾਰਾ ਕੁਛ, ਕਿਉਂਕਿ ਉੱਥੇ ਵੱਡੇ ਵੱਡੇ ਥੰਮ ਪਾਸੇ ਸੁੱਟਤੇ, ਪਰ ਜਿੱਤਿਆ ਹੋਇਆ ਅੱਜ ਫੇਰ ਬੈਠੇ ਨੇ ਪੁਰਾਣੇ ਬਹੁਤ, ਕਿੰਨੇ ਕੈਂਡੀਡੇਟ। ਸੋ ਉਹ ਤਾਂ ਗ੍ਰਹਿਣ ਲੱਗਿਆ ਹੀ ਰਹਿਣਾ ਪਾਰਟੀ ਨੂੰ। ਸੋ ਬਹੁਤੀ ਉਮੀਦ ਇਹਨਾਂ ਪਾਰਟੀਆਂ ਤੋਂ ਹੈ ਨਹੀਂ। ਤੀਜੀ ਧਿਰ ਜਿਹਨੂੰ ਬਹੁਤ ਹੀ ਨਮੋਸ਼ੀ ਭਰੀ ਹਾਰ ਹੋਈ ਹੈ, ਉਹ ਹੋਈ ਹੈ ਜਿਹਨੂੰ ਇਹ ਸੰਯੁਕਤ ਸਮਾਜ ਮੋਰਚਾ, ਉਹ ਕਿਸਾਨ ਧਿਰਾਂ, ਉਹਨਾਂ ਤੋਂ ਵੀ ਮੈਨੂੰ ਤਾਂ ਨਹੀਂ ਬਿਲਕੁਲ ਉਮੀਦ, ਕਿਉਂਕਿ ਉਹਨਾਂ ਦੀ ਇਮਾਨਦਾਰੀ ਤੇ ਉਹਨਾਂ ਦੀ ਬੌਧਿਕ ਕਾਬਲੀਅਤ, ਅਕਲ, ਇਹ ਦੋਨੋਂ ਹੀ ਸ਼ੱਕ ਦੇ ਘੇਰੇ ਵਿੱਚ ਹੈ। ਦੇਖ ਚੁੱਕੇ ਆਪਾਂ ਸਾਰੇ ਮੋਰਚੇ ਦੌਰਾਨ। ਇਹ ਜਿਹੜਾ ਦੀਪ ਸਿੱਧੂ ਦਾ ਮਾਮਲਾ ਸੀ ਨਾ, ਉਹ ਐ ਨਾ ਕਹੋ ਵੀ ਚੱਲ ਇੱਕ ਵਿਅਕਤੀ ਸੀ, ਮਤਲਬ ਤੁਸੀਂ ਇੱਕ ਬੰਦੇ ਨੂੰ ਸਿਰਫ ਵੀ ਸਾਡੀ ਸਪੇਸ ਨਾ ਮੰਨ ਲਓ, ਇਨਸਿਕਿਉਰਿਟੀ 'ਚੋਂ ਇਸ ਹੱਦ ਤੱਕ ਜਾਣਾ, ਗਦਾਰ ਸਰਕਾਰੀ ਏਜੰਟ, ਮਤਲਬ ਇਦੋਂ ਵੱਡਾ ਕੋਈ ਕੀ ਸਟੇਟ ਵੀ ਨਹੀਂ ਇਸ ਇਦੋਂ ਤਾਂ ਗਾਹਾਂ ਜਾ ਸਕਦੀ ਨਾ। ਸੋ ਇਹ ਗੱਲ ਵਿਅਕਤੀ ਦੀ ਨਹੀਂ, ਦੀਪ ਸਿੱਧੂ ਦੀ, ਵੀ ਉਹਨਾਂ ਦੀ ਆਪਦੀਆਂ ਪੋਜੀਸ਼ਨਾਂ ਨੂੰ, ਆਪਦੀ ਲੀਡਰਸ਼ਿਪ ਨੂੰ, ਆਪਦੀ ਚੌਧਰ ਨੂੰ ਜੱਫਾ ਮਾਰਨ ਦੀ ਇਹ ਇਮਾਨਦਾਰੀ ਹੈ ਕਿਤੇ? ਆਪਾਂ ਕਹੀਏ ਜੀ ਬੰਦੇ ਬੜੇ ਇਮਾਨਦਾਰ ਹੈਗੇ ਕੁਛ 32 ਕਿਸਾਨ ਜਥੇਬੰਦੀਆਂ 'ਚ ਕੁਛ ਕੁ ਬੰਦਿਆਂ ਨੂੰ ਅਸੀਂ ਕੁਛ ਇਮਾਨਦਾਰ ਕਹਿ ਸਕਦੇ ਹਾਂ, ਪਰ ਜਿਹੜੇ ਇਹ ਇਕੱਠੇ ਹੋਏ ਸੀ, ਦੇਖ ਪਹਿਲਾਂ 22 ਇਕੱਠੇ ਹੋਏ, 22 ਚੋਂ 13 ਰਹਿ ਗਏ। ਕਿਤੇ ਸੋਚਿਆ ਇਹਨਾਂ ਨੇ ਖੜ ਕੇ ਵੀ ਗੱਲ ਕੀ ਹੋਊਗੀ? ਫਿਰ ਉਹੇ ਜਿਹੀ ਬੈਂਕਰਪਟ ਜਿਹੜੇ ਬੰਦੇ ਬੌਧਿਕ ਤੌਰ ਤੇ ਵੀ ਤੇ ਮੋਰਲੀ ਵੀ, ਉਹ ਇਹਨਾਂ ਨੂੰ ਐਡਵਾਈਜ਼ਰ ਮਿਲ ਗਏ। ਐਡਵਾਈਜ਼ਰ ਵੀ ਕਾਹਦੇ, ਉਹਨਾਂ ਨੇ ਕੀ ਐਡਵਾਈਸ ਲੈਣੀ ਹੁੰਦੀ ਹੈ? ਇੱਕ ਪ੍ਰੈਸ ਕਾਨਫਰੰਸ 'ਚ ਲਗਾਤਾਰ ਬੋਲਣਾ ਹੁੰਦਾ ਹੈ, ਇੱਕ ਨੈਰੇਟਿਵ ਥਰੋ ਕਰਨਾ ਹੁੰਦਾ ਹੈ। ਉਹ ਪ੍ਰਾਪੇਗੰਡਿਸਟ ਨੇ, ਉਹ ਕੋਈ ਸਿਧਾਂਤਕਾਰ ਜਾਂ ਉਹਨਾਂ ਨੂੰ ਵਿਦਵਾਨ ਬੁੱਧੀਜੀਵੀ ਕਹਿਣਾ ਨਾ, ਬੁੱਧੀਜੀਵੀ ਨਹੀਂ, ਉਹ ਤਾਂ ਥਰਡ ਰੇਟ ਪ੍ਰਾਪੇਗੰਡਿਸਟ, ਉਹਦੇ 'ਚ ਵੀ ਕੋਈ ਕ੍ਰੀਏਟੀਵਿਟੀ ਨਹੀਂ। ਭਗਵੰਤ ਮਾਨ ਪ੍ਰਾਪੇਗੰਡਿਸਟ ਹੈ, ਉਹ ਕੋਈ ਬੁੱਧੀਜੀਵੀ ਨਹੀਂ, ਕੋਈ ਵਿਦਵਾਨ ਨਹੀਂ, ਉਹ 'ਚ ਕੋਈ ਡੈਪਥ ਨਹੀਂ, ਪਰ ਇੰਨਾ ਕ੍ਰੀਏਟਿਵ ਪ੍ਰਾਪੇਗੰਡਿਸਟ ਹੈ। ਇਹਨਾਂ 'ਚ ਤਾਂ ਕੋਈ ਕ੍ਰੀਏਟੀਵਿਟੀ ਨਹੀਂ। ਮੈਂ ਤਾਂ ਇਹਨਾਂ ਨੂੰ 50-55 ਸਾਲ ਤੋਂ ਦੇਖਦੇ ਆਉਣੇ ਆ, ਉਹੀ ਭਾਸ਼ਾ, ਉਹੀ ਬਾਡੀ ਲੈਂਗੁਏਜ, ਉਹੀ ਸਭ ਕੁਛ ਹੈ, ਇੰਨਾ ਵੀ ਅਹਿਸਾਸ ਨਹੀਂ। ਹੁਣ ਕੀ ਰਿਐਕਸ਼ਨ ਆਇਆ ਉਹਨਾਂ ਦਾ, ਤੁਸੀਂ ਪਤਾ ਨਹੀਂ ਹੋਰ ਵੱਧ ਪੜ੍ਹਿਆ ਹੋਊ, ਮੈਂ ਤਾਂ 2 ਬਿਆਨ ਹੀ ਪੜ੍ਹੇ ਆ। ਇੱਕ ਉਹ ਪ੍ਰੇਮ ਸਿੰਘ ਭੰਗੂ ਹੈ ਜਿਹੜਾ, ਜਿਹਦੇ ਕੋਲ ਕੁਛ ਵੀ ਨਹੀਂ, ਉੱਥੇ ਮਤਲਬ ਉਹ ਲੀਗਲ ਟੀਮ ਦਾ ਐਡਵਾਈਜ਼ਰ ਪਤਾ ਨਹੀਂ ਕੀ ਹੈ ਨਾ, ਅਤੇ 32 ਕਿਸਾਨ ਜਥੇਬੰਦੀਆਂ, ਉਹਦੇ ਇਲਾਕੇ ਦੇ ਵਿੱਚ ਇੱਕ ਤਾਂਗੇ ਦੀ ਸਵਾਰੀਆਂ ਜੋਗੇ ਤਾਂ ਉਹਦਾ ਬਾਸ ਫੇਸ ਨਹੀਂ। ਅਤੇ ਉਹਦੀਆਂ ਵੋਟਾਂ ਦੇਖੀਆਂ ਕਿੰਨੀਆਂ ਪਈਆਂ? 1600। ਇਹ ਸਰਪੰਚ ਦੀ ਵੋਟ ਹੁੰਦੀ ਹੈ, ਵੱਡੇ ਪਿੰਡ 'ਚ ਪੰਚ ਦੀ। ਅਤੇ ਕਿੱਡਾ ਘੋਲ ਲੜਿਆ, ਕਿੱਡਾ ਉਹ ਸਾਰਾ ਕੁਛ ਬਣਾਇਆ। ਫਿਰ ਉਹ ਇੰਨੇ ਸਾਲਾਂ ਤੋਂ ਉਹ ਕਮਿਊਨਿਸਟਾਂ ਨਾਲ
ਤੋ ਕਮਿਊਨਿਸਟ ਟੋਟਲ ਹਾਸ਼ੀਏ ਤੇ ਧੱਕੇ ਜਾ ਚੁੱਕੇ ਨੇ। ਕਮਿਊਨਿਸਟ ਕਿਸੇ ਮੌਕੇ ਸੈਂਟਰ ਸਟੇਜ ਤੇ ਹੁੰਦੇ ਸੀ, ਉਹਦੇ ਚੋਂ ਕੁਝ ਸਿੱਖਿਆ ਹੋਵੇ ਉਹਨਾਂ ਨੇ। ਕਿਤੇ ਨਹੀਂ ਉਹਨੇ ਮੰਨਿਆ ਵੀ ਸਾਥੋਂ ਕੋਈ ਇੱਕ ਦੂਜਾ ਉਹ ਪ੍ਰੋਫੈਸਰ ਮਨਜੀਤ ਸਿੰਘ ਜਿਹੜਾ ਆਮ ਤੌਰ ਤੇ ਰਾਜੇਵਾਲ ਦਾ ਪਰਛਾਵਾਂ ਜਿਹਾ ਹੀ ਹੁੰਦਾ ਹੈ, ਤੇ ਉਹ ਹੁਣ ਆਫਟਰ ਆਲ ਟ੍ਰੇਡ ਯੂਨੀਅਨਿਸਟ ਹੈ ਤੇ ਪ੍ਰੋਫੈਸਰ ਵੀ ਹੈ ਰਿਹਾ ਹੈ। ਉਹ ਕੀ ਕਹਿੰਦਾ ਹੈ? ਉਹ ਕਹਿੰਦਾ ਵੀ ਅਸਲ 'ਚ ਸਾਨੂੰ ਸਮਾਂ ਥੋੜ੍ਹਾ ਮਿਲਿਆ, ਜੇ ਫੈਸਲਾ ਅਸੀਂ ਪਹਿਲਾਂ ਕਰ ਲੈਂਦੇ ਤਾਂ ਇਹੀ ਵੋਟ ਸਾਨੂੰ ਪੈਣੀ ਸੀ। ਹੁਣ ਲੋਕਾਂ ਕੋਲ ਚੋਇਸ ਕੋਈ ਨਹੀਂ ਸੀ, ਲੋਕਾਂ ਨੇ ਤਾਂ ਵਿਚਾਰਿਆਂ ਨੇ ਮਜਬੂਰੀ 'ਚ, ਆਪ ਕੋਈ ਚੋਇਸ ਨਹੀਂ ਸੀ, ਆਪ ਦੀ ਕੋਈ ਖੂਬੀ ਨਹੀਂ, ਉਹ ਪਿੰਡ ਖਾਲੀ ਸੀ, ਉਹਨਾਂ ਨੂੰ ਵੋਟ ਪੈ ਗਈ। ਇਦੋਂ ਮਾੜਾ ਬਿਆਨ ਕੀ ਹੋ ਸਕਦਾ? ਮਤਲਬ ਕਿਤੇ ਹੈ ਇਹਦੇ 'ਚੋਂ ਤੁਹਾਨੂੰ ਕੋਈ ਹੋਪ ਦਿਸਦੀ ਹੋਵੇ ਵੀ ਇਹ 'ਚੋਂ ਕੋਈ ਸਬਕ ਕੱਢ ਲੈਣਗੇ ਬੰਦੇ। ਸੋ ਆ ਇੱਕ ਹਾਲਾਤ ਜੇ ਕੱਲੀ ਉਹ ਨਹੀਂ ਗੱਲ ਇੱਕ ਬੰਦੇ ਦੀ, ਪ੍ਰੋਫੈਸਰ ਮਨਜੀਤ ਸਿੰਘ ਦੀ। ਤੁਸੀਂ ਦੇਖੋ ਉੱਥੇ ਜਦੋਂ ਘੋਲ ਚੱਲਿਆ, ਇੱਥੋਂ ਜਥਿਆਂ ਦੇ ਜਥੇ, ਮਤਲਬ ਪੂਰੇ, ਕਦੇ ਸਾਹਿਤਕਾਰਾਂ ਦਾ, ਯੂਨੀਵਰਸਿਟੀ ਦਿਆਂ ਦਾ, ਕਦੇ ਕਲਾਕਾਰਾਂ ਦਾ, ਕਦੇ ਕੋਈ, ਸਾਲ ਭਰ ਉਹ ਉੱਥੇ ਲਗਾਤਾਰ ਚੱਲਦੇ ਰਹੇ। ਉਹਨਾਂ 'ਚ ਕਿਸੇ 'ਚ ਕੋਈ ਸਮਰੱਥਾ ਹੈ ਇਹ ਦੇਖ ਸਕਣ, ਜਾਂ ਜਦੋਂ ਇਹ ਮੋਰਚਾ ਬਣਾਇਆ ਸੀ ਉਦੋਂ ਉਹ ਉਹਨੂੰ ਕਹਿ ਸਕਣ ਵੀ ਯਾਰ ਨਹੀਂ, ਇਹਦੀ ਸੰਭਾਵਨਾ ਨਾ, ਇਹ ਗਲਤ ਕਰ ਰਹੇ ਨਹੀਂ। ਅਨਫਾਰਚੂਨੇਟਲੀ ਉਹਨਾਂ 'ਚ ਇਹ ਸਮਰੱਥਾ, ਬੌਧਿਕ ਸਮਰੱਥਾ ਹੀ ਨਹੀਂ। ਚੱਲ ਬਾਕੀ ਤਾਂ ਆਪਾਂ ਗੱਲ ਛੱਡ ਦਈਏ। ਆਊਟਡੇਟਡ ਬੰਦੇ, ਮਾਰਜਨਲਾਈਜ਼ਡ ਹੋ ਚੁੱਕੇ, ਜਿਹੜੇ ਕਿਸੇ ਮੌਕੇ ਚੰਗੀ ਪੋਜੀਸ਼ਨ ਲੈਫਟ ਦੀ ਹੁੰਦੀ ਸੀ, ਉਹ ਜਿਹੜੇ ਉਹ ਤੋਂ ਨਹੀਂ, ਉਹਨਾਂ ਨੂੰ ਤਾਂ ਐਂ ਲੱਗਾ ਹੁਣ ਦਾਜਾ ਲੱਗਿਆ, ਬਸ ਹੁਣ ਅਸੀਂ ਫੇਰ ਰਿਸਰਜੈਂਸ ਹੋ ਗਿਆ, ਆਹ ਇੱਕ ਮੌਕਾ ਲੈਫਟ ਨੂੰ ਮਿਲਿਆ, ਬਸ ਹੁਣ ਫੇਰ। ਸੋ ਉਹ ਭੁਲੇਖੇ ਜੇ ਕੱਢਤੇ। ਉਹ ਦੀਪ ਸਿੱਧੂ ਵਾਰ-ਵਾਰ ਯਾਦ ਆ ਰਿਹਾ। ਉਹ ਕਿੰਨੇ ਭਰੋਸੇ ਨਾਲ ਉਹ ਕਹਿੰਦਾ ਹੁੰਦਾ ਸੀ ਜਦੋਂ ਇਲੈਕਸ਼ਨ ਸ਼ੁਰੂ ਹੋ ਗਈ, ਕੈਂਡੀਡੇਟ ਖੜ੍ਹ ਗਏ, ਕਹਿੰਦਾ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਐਗਜ਼ੈਕਟਲੀ ਉਵੇਂ ਹੋਇਆ। ਇਹ ਜਿਹੜਾ ਕਿਸਾਨ ਮੋਰਚਾ ਸੀ, ਇਹਦੇ 'ਚੋਂ ਟੋਟਲ ਕੈਂਡੀਡੇਟਸ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਲੱਖਾ ਸਿਧਾਣਾ ਇਹਨਾਂ ਦਾ ਕੈਂਡੀਡੇਟ ਨਹੀਂ ਸੀ। ਉਹ ਤਾਂ ਬਹੁਤ ਆਖਰੀ ਸਟੇਜ 'ਤੇ ਇੰਨਾ ਰਿਲੈਕਟੈਂਟਲੀ, ਅੰਡਰ ਪ੍ਰੈਸ਼ਰ, ਉਹਨੂੰ ਇਹਨਾਂ ਨੇ ਓਨ ਕੀਤਾ, ਬਸ ਚੋਣ ਨਹੀਂ ਕੀਤੀ। ਉਹ ਤਾਂ ਖੜ੍ਹਾ ਸੀ, ਉਹ ਤਾਂ ਕਿੰਨੀ ਮੁਹਿੰਮ ਚਲਾ ਚੁੱਕਿਆ ਸੀ। ਅੱਧੀ ਮੁਹਿੰਮ ਤਾਂ ਉਹਨੇ ਪੂਰੀ ਕਰ ਲਈ ਸੀ ਜਦੋਂ ਇਹਨਾਂ ਨੇ ਇਹ ਕਿਹਾ ਵੀ ਉਹਨੂੰ ਅਡਾਪਟ ਕਰ ਲਿਆ, ਚੱਲੋ। ਉੱਥੇ ਕੋਈ ਮੈਂ ਦੇਖਿਆ ਨਹੀਂ ਇਹਨਾਂ ਦਾ ਕੋਈ ਇੱਕ ਬੰਦਾ ਵੀ ਉੱਥੇ ਪਹੁੰਚਿਆ ਹੋਵੇ। ਅਤੇ ਜਿਹਨੂੰ ਤੁਸੀਂ ਕੱਲ੍ਹ ਤੱਕ ਇੰਨਾ ਗਦਾਰ ਕਿਹਾ, ਇਕੱਲਾ ਉਹ ਸਟੇਜ ਤੋਂ ਨਹੀਂ, ਰਾਜੇਵਾਲ ਨੂੰ ਟਿਕਟ ਦੇਣ ਤੋਂ ਬਾਅਦ ਵੀ ਕਹਿ ਰਿਹਾ ਸੀ ਵੀ ਉਹਦਾ ਉਹ ਕੰਮ ਗਦਾਰੀ ਵਾਲਾ ਸੀ। ਅੱਜ ਜੇ ਉਹਨੂੰ ਵੋਟ ਮਿਲ ਗਈ ਉਹਦੇ ਆਪਦੇ ਕਰਕੇ, ਮੈਨੂੰ ਇਹ ਵੀ ਲੱਖੇ ਦੀ ਵੋਟ ਉਹਦੇ ਆਪਦੇ ਕਰਕੇ ਮਿਲੀ ਹੈ। ਉਹਦੇ 'ਚ ਕੋਈ ਹੈ ਆਪਦੀ ਇੱਕ ਸਮਰੱਥਾ, ਕੱਲਾ ਨੰਗੇ ਧੜ ਜੋ ਵੀ ਹੈ। ਬਾਕੀ ਉਹਦੇ ਤੁਸੀਂ ਛੱਡੋ, ਬੰਦਿਆਂ ਨੂੰ 100 ਇਤਰਾਜ਼ ਹੋਣਗੇ, ਮੈਨੂੰ ਵੀ ਹੈ। ਦੀਪ ਸਿੱਧੂ ਨਾਲ ਜਿਵੇਂ ਉਹ ਚੱਲਿਆ ਜਾਂ ਓਵਰਆਲ ਉਹ ਦੈਟ ਇਜ਼ ਡਿਫਰੈਂਟ ਨਾ। ਤੁਸੀਂ ਇਹ ਤਾਂ ਮੰਨੋ, ਹੁਣ ਕਿੱਡੀ ਹਨੇਰੀ ਦੇ ਮੂਹਰੇ ਉਹ ਬੰਦਾ ਸੈਕਿੰਡ ਆ ਰਿਹਾ। ਅਕਾਲੀ ਵੱਡੇ ਲੀਡਰ, ਕਾਂਗਰਸ ਦੇ ਵੱਡੇ, ਉਹ ਸਾਰੇ ਉਦੋਂ ਪਿੱਛੇ ਚਲੇ ਗਏ, ਅਤੇ ਇਹ ਕਹਿਣ ਸਾਡੇ ਇੱਕ ਬੰਦੇ ਹੀ ਤਾਂ ਬਚ ਰਹੀ ਨਾ, ਸੈਕਿੰਡ ਆ ਗਿਆ। ਇਹ ਨਹੀਂ, ਟੋਟਲ ਦੀਪ ਸਿੱਧੂ ਦੀ ਗੱਲ ਇਨ ਬਿਨ ਸਹੀ ਹੋ ਗਈ। ਉਹਨੇ ਕਿਸੇ ਐ ਨਹੀਂ ਵੀ ਨਫ਼ਰਤ 'ਚੋਂ ਕਹਿਤਾ ਸੀ ਇਹਨਾਂ ਨੂੰ। ਆਹੀ ਗੱਲ ਸੀ ਜਿਹੜੀ ਦੀਪ ਸਿੱਧੂ ਦੀ ਨਾ ਇਹਨਾਂ ਨੂੰ ਸਮਝ ਆਈ, ਨਾ ਲੈਫਟ ਨੂੰ ਆਉਣੀ ਨਹੀਂ। ਉਹਦੇ 'ਚ ਕਿੱਡੀ ਸਮਰੱਥਾ ਸੀਗੀ, ਇੱਕ ਨਹੀਂ ਕਈ ਕਿਸਮ ਦੀ। ਚਲੋ ਉਹ ਦੈਟ ਇਜ਼ ਡਿਫਰੈਂਟ। ਸੋ ਇਸ ਕਰਕੇ ਜਿਹੜਾ ਇਹ ਹੈ ਨਾ ਵੀ ਇਹ ਉਹਦੇ 'ਚੋਂ ਕੁਛ ਸਿੱਖ ਲੈਣਗੇ, ਇਹ ਨਹੀਂ ਸੁਭਾਵਨਾ। ਇਹ ਹੁਣ ਗਾਹਾਂ ਕੀ ਹੁੰਦਾ ਹੈ, ਇਹ ਤਾਂ ਐਂ ਰਹਿਣਗੇ, ਹੈ ਨਾ। ਹੁਣ ਤਾਂ ਸਾਰੀ ਗੱਲ ਆਪ ਦੀ ਪਰਫਾਰਮੈਂਸ ਦੀ ਹੈ।
ਇਹ ਹੋ ਜਾਂਦਾ ਹੁੰਦਾ ਕਿ ਆਪ ਇੰਨਾ ਨੈਗੇਟਿਵ ਪ੍ਰਭਾਵ ਸਿਰਜਦੇ ਆਪਦੇ ਬਾਰੇ ਆਪ ਹੀ, ਉਹ ਫਿਰ ਲੋਕ ਉਹ ਤਾਂ ਦੂਜਾ ਹੁੰਦਾ ਵੀ ਨੈਗੇਟਿਵ ਵੋਟ। ਕਿਉਂਕਿ ਐਤਕੀ ਜਿਹੜੀ ਲੋਕਾਂ ਨੇ ਵੋਟ ਪਾਈ ਹੈ ਨਾ, ਉਹ 'ਚ ਇੱਕ ਬਹੁਤ ਮਹੱਤਵਪੂਰਨ ਗੱਲ ਹੈ ਰਮਨੀਕ ਸਿੰਘ, ਵੀ ਉਹ ਇਹ ਕਹਿ ਕੇ ਪਾਈ ਹੈ ਯਾਰ ਇੱਕ ਵਾਰ ਇਹਨਾਂ ਨੂੰ ਵੀ ਦੇਖ ਲਈਏ, ਜੇ ਇਹ ਵੀ ਗਲਤ ਸਾਬਤ ਹੋ ਗਿਆ ਅਗਲੀ ਵਾਰ ਇਹਨਾਂ ਨੂੰ ਰੱਦ ਕਰ ਦਿਆਂਗੇ। ਹੁਣ ਉਹ ਗੱਲਾਂ ਨਹੀਂ ਰਹੀਆਂ ਵੀ ਕਈ ਵਾਰ ਠੱਗੀ ਖਾਣਗੇ ਲੋਕ। ਹੁਣ 5 ਸਾਲ ਵੀ ਨਹੀਂ ਉਡੀਕਣਾ ਕਿਸੇ ਨੇ, ਤਟਫਟ ਉਹ ਉਡੀਕਣਗੇ, ਇੱਕ ਇੱਕ ਕਦਮ ਨੂੰ, ਇੱਕ ਇੱਕ ਫੈਸਲੇ ਨੂੰ ਉਹ ਦੇਖਣਗੇ ਲੋਕ। ਸੋ ਇਸ ਕਰਕੇ ਨਾ ਇਹ ਬਹੁਤ ਵੱਡਾ ਮਸਲਾ ਜੀ ਖੜਾ ਹੈ ਲੋਕਾਂ ਸਾਹਮਣੇ ਜੀ। ਓਵਰ ਨਹੀਂ ਹੋਈ ਗੱਲ, ਕਹਾਣੀ ਖਤਮ ਨਹੀਂ ਹੋਈ, ਤੇ ਇਹ ਤਾਂ ਅਜੇ ਚੱਲ ਰਹੀ ਹੈ। ਹਾਂਜੀ। ਸੋ ਜਿਵੇਂ ਕਿ ਤੁਸੀਂ 4 ਧਿਰਾਂ ਦੀ ਗੱਲ ਕੀਤੀ, ਇੱਕ ਤਾਂ ਮੁੱਖ ਤੌਰ 'ਤੇ ਆਮ ਆਦਮੀ ਪਾਰਟੀ ਦੀ ਜਿੱਤ, ਤੇ ਦੂਸਰੇ ਪਾਸੇ ਕਾਂਗਰਸ ਦਾ ਜੋ ਹਸ਼ਰ ਹੋਇਆ, ਜਾਂ ਅਕਾਲੀ ਦਲ ਬਾਦਲ ਦਾ ਜੋ ਹਸ਼ਰ ਹੋਇਆ, ਜਾਂ ਫਿਰ ਜੋ ਕਿਸਾਨੀ ਮੋਰਚੇ ਤੋਂ ਉੱਠੀ ਹੋਈ ਪਾਰਟੀ ਸੰਯੁਕਤ ਸਮਾਜ ਮੋਰਚਾ, ਜੋ ਉਹਨਾਂ ਦਾ ਹਸ਼ਰ ਹੋਇਆ। ਇਹਨਾਂ ਬਾਰੇ ਤੁਸੀਂ ਥੋੜ੍ਹਾ ਜਿਹਾ ਚਾਨਣ ਪਾਇਆ। ਹੁਣ ਆਪਾਂ ਇਹਨਾਂ ਜਿਹੜੇ ਨਤੀਜੇ ਆਏ ਨੇ, ਇਹਨਾਂ ਨੂੰ ਪਿਛੋਕੜ 'ਚ ਰੱਖਦਿਆਂ ਹੋਇਆਂ ਜੇ ਆਪਾਂ ਪੰਥਕ ਧਿਰਾਂ ਦੀ ਗੱਲ ਕਰੀਏ, ਖਾਸ ਕਰਕੇ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਤੁਹਾਨੂੰ ਲੱਗਦਾ ਇਸ ਮੌਕੇ ਕਿੱਥੇ ਖੜੀ ਹੈ? ਦੇਖ ਰਮਨੀਕ ਸਿੰਘ, ਜਿਹੜਾ ਲੋਕਾਂ ਦੀ ਆਪਾਂ ਕਹੀਏ ਨਾ ਇੱਕ ਗੁੱਝੀ ਹੋਈ ਖਾਹਸ਼, ਉਹ ਇਹ ਸੀ ਵੀ ਯਾਰ ਢਾਂਚਾ ਹੀ ਸਾਰਾ ਵਿਗੜਿਆ ਪਿਆ, ਉਹ ਢਾਂਚੇ ਦਾ ਬਦਲ ਚਾਹੁੰਦੇ। ਜਦੋਂ ਬਦਲ ਕਹਿੰਦੇ ਨੇ ਨਾ, ਉਹ ਬੜੀ ਲੂਜ ਜੀ ਟਰਮ ਹੈ, ਉਹਦੇ ਅੱਡ ਅੱਡ ਅਰਥ ਨੇ, ਪਰ ਇਹ ਤਕਰੀਬਨ ਉਹ ਮੰਨੀ ਬੈਠੇ ਨੇ ਵੀ ਆ ਬਈ ਉੱਤਿਆ ਪਿਆ, ਇਹ 'ਚ ਤਾਂ ਮੁੱਢੋਂ ਸੁੱਢੋਂ ਬੁਨਿਆਦੀ ਕੋਈ ਵੱਡੀ ਬਦਲੀ ਆਵੇ। ਤੇ ਇਸ ਕਰਕੇ ਹੁਣ ਉਹਦੇ 'ਚ 2 ਧਿਰਾਂ ਪੰਜਾਬ 'ਚ ਦਾਅਵੇਦਾਰ ਨੇ, ਜਿਹੜੀਆਂ ਸਿਸਟਮ ਦੀਆਂ ਵਿਰੋਧੀ ਹੈ। ਕਮਿਊਨਿਸਟਾਂ ਦਾ, ਲੈਫਟ ਦਾ ਵੀ ਏਜੰਡਾ ਇਹੀ ਹੈ ਵੀ ਅਸੀਂ ਇਹ ਜਿਹੜਾ ਕਾਰਪੋਰੇਟ ਸਿਸਟਮ ਹੈ, ਜਿਹੜਾ ਸਰਮਾਏਦਾਰੀ ਸਿਸਟਮ ਹੈ, ਜਿਹੜਾ ਪੂੰਜੀਵਾਦ ਹੈ, ਜੜ ਇਹ ਹੈ ਤੇ ਅਸੀਂ ਇਹਦਾ ਬਦਲਾ। ਉੱਧਰੋਂ ਸਿੱਖੀ ਦਾ ਬੜਾ ਨੈਚੁਰਲ ਜਿਹਾ ਪੈਂਤੜਾ ਹੈ ਕਿ ਇਹ ਜੋ ਮਾਇਆ ਦਾ ਸਾਰਾ ਹੈਗਾ ਵਰਤਾਰਾ ਜਿਹਾ, ਸੋ ਇਹ ਤਾਂ ਬੰਦੇ ਵਾਸਤੇ ਬਹੁਤ ਹੀ ਘਾਤਕ ਹੈ। ਸੋ ਸਿੱਖੀ 'ਚੋਂ ਉੱਭਰਦਾ ਜਿਹੜਾ ਇੱਕ ਭਵਿੱਖ ਨਕਸ਼ਾ ਹੈ, ਪਰਸਪੈਕਟਿਵ ਹੈ, ਜਾਂ ਇੱਕ ਵਿਜ਼ਨ ਹੈ, ਜਾਂ ਮਾਡਲ ਹੈ, ਉਹ ਜਿਹੜਾ ਕਾਰਪੋਰੇਟ ਟੱਚ ਹੈਗਾ ਮਾਡਲ, ਉਹਦੇ ਨਾਲ ਨਹੀਂ ਉਹ ਮੇਲ ਖਾਂਦਾ। ਦੈਟ ਵੇ ਦੋਹਾਂ ਦਾ ਜਿਹੜਾ ਹੈਗਾ ਏਜੰਡਾ, ਉਹ ਇਹ ਢਾਂਚੇ ਨੂੰ ਬਦਲਣ ਦਾ। ਕੋਈ ਕਿੰਨਾ ਚੇਤੰਨ ਇਹਦੇ ਬਾਰੇ, ਕਿੰਨਾ ਨਹੀਂ, ਜਾਂ ਕਿਹਦੀ ਕਿੰਨੀ ਕਮਿਟਮੈਂਟ ਹੈ ਇਸ ਗੱਲ 'ਤੇ ਡੀਪਰ, ਤੇ ਕਿੰਨੀ ਕੁ ਹਲਕੀ ਹੈ, ਇਹ ਵੱਖਰੀ ਗੱਲ ਹੈ। ਇਹ ਗੱਲ ਆਈ ਆ ਬਸ। ਲੈਫਟ ਦੀ ਤਾਂ ਆਪਾਂ ਦੇਖ ਲਈ, ਉਹਦੀ ਇਕੱਲੀ ਇਹ ਨਹੀਂ ਵੀ ਇੱਥੇ ਪੰਜਾਬ 'ਚ ਹੀ ਇਹਦਾ ਕਾਰਨ ਆ, ਪੰਜਾਬ ਦੇ ਕਾਰਨ ਉਹਦੇ ਵਾਸਤੇ ਵੱਡੇ ਨਹੀਂ, ਉਹਦੇ ਕਾਰਨ ਇੰਟਰਨੈਸ਼ਨਲ ਪਏ ਆ। ਜੋ ਕੌਮਾਂਤਰੀ ਕਮਿਊਨਿਸਟ ਜਾਂ ਉਹ ਪੈਂਤੜਾ ਜਿਹੜਾ ਨਾ, ਹੁਣ ਜਿਵੇਂ ਰਾਹੁਲ ਗਾਂਧੀ ਹੈ, ਉਹਨੇ ਇਹ ਕਿਹਾ ਕਿ ਅਸੀਂ ਇਹਦਾ ਨਾ, ਅਸੀਂ ਸਬਕ ਸਿੱਖਾਂਗੇ ਹਾਰ ਤੋਂ। ਹੁਣ ਇਤਿਹਾਸ ਤੋਂ ਸਬਕ ਸਿੱਖਣਾ ਬਹੁਤ ਔਖਾ ਹੈ, ਵੀ ਤੁਸੀਂ ਪੜ੍ਹੋ ਵੀ ਯਾਰ ਇਤਿਹਾਸ ਇਹ ਕਿਹੜੀ ਚੀਜ਼ ਰੱਦ ਕਰਤੀ ਹੈ, ਕਿਹੜੀ ਉਹਦੀ ਮੰਗ ਹੈ। ਹੁਣ ਇਹ ਗੱਲ ਸਾਰੀ ਦੁਨੀਆ ਨੂੰ ਪਤਾ ਹੈ ਕਿ ਜਿਹੜੀ ਇਹ ਡੋਮੀਨੇਸ਼ਨ ਰਹੀ ਸੈਕੂਲਰਿਜ਼ਮ ਦੀ, ਇਹ ਲੈਫਟ ਤੇ ਸੈਕੂਲਰ 'ਚ ਕੋਈ ਫਰਕ ਨਹੀਂ, ਦੋਹਾਂ ਦਾ ਪੈਂਤੜਾ ਇਹ ਹੈਗਾ ਵੀ ਧਰਮ ਬੁਰਾਈ ਦੀ ਜੜ੍ਹ ਹੈ, ਧਰਮ ਤੇ ਰਾਜਨੀਤੀ ਨੂੰ ਕਰੋ ਅਲੱਗ ਬਿਲਕੁਲ, ਫਿਰ ਬੰਦੇ ਦਾ ਕਲਿਆਣ ਹੋਊ। ਇਹ 200 ਸਾਲ ਇਹ ਥਿੰਕਿੰਗ ਪ੍ਰਧਾਨ ਰਹੀ ਦੁਨੀਆ ਪੱਧਰ 'ਤੇ। ਇਹ ਜਿਹੜੀ ਉਹਨਾਂ ਦੀ ਪੋਜੀਸ਼ਨ ਹੈ, ਜਿਹਨੂੰ ਸੈਕੂਲਰਿਸਟ ਕਹਿੰਦੇ ਨੇ, ਬੜੀ ਪਵਿੱਤਰ ਤੇ ਬੜੀ ਉਸ ਤਰ੍ਹਾਂ ਦੀ ਹੈ ਨਾ, ਵੀ ਧਰਮ ਬੁਰਾਈ ਹੈ, ਜਦੋਂ ਦਾ ਸਿਆਸਤ ਨਾਲ ਮੇਲ ਹੁੰਦਾ ਹੈ। ਇਹ ਇੰਟਰਨੈਸ਼ਨਲ ਲੈਵਲ 'ਤੇ
ਇਹ ਠੀਕ ਹੈ 2 ਸਦੀਆਂ ਉਹਦੀ ਚੜ੍ਹਤ ਰਹੀ, ਹੁੰਦਾ ਇਹ, ਉਹ ਬੇੜਾ ਪਗਾ ਗਈ ਬਸ। ਹੁਣ ਉਹ ਦੁਬਾਰਾ ਰਿਵਾਈਵ ਹੋ ਜੂਏ ਤਾਂ ਐਵੇਂ ਝੂਠੀ ਆਸ ਹੈ ਨਾ। ਸੋ ਇਹ ਰਾਹੁਲ ਗਾਂਧੀ ਨਹੀਂ ਪੜ੍ਹ ਸਕਦਾ, ਜਿਹਨੂੰ ਕੰਧ ਤੇ ਲਿਖਿਆ ਕਹਿੰਦੇ ਆ ਨਾ, ਫਿਰ ਉਹ ਕਰੂ ਕੀ? ਹੁਣ ਤੱਕ ਸਾਰਾ ਜਿਉਂ ਹੀ ਉਹਦੇ ਆਸਰੇ ਬੰਦੇ, ਜੇ ਉਹੀ ਗਿਆ ਪੈਂਤੜਾ ਕੀ ਰਹਿ ਗਿਆ? ਸੋ ਇਸ ਕਰਕੇ ਇਹ ਜਿਹੜੇ ਲੈਫਟ ਹੈ ਨਾ, ਇਹ ਨਹੀਂ ਇਹਦੇ 'ਚ ਕੁਛ ਨਾ ਸਿੱਖ ਸਕਣ। ਇਸ ਤਰ੍ਹਾਂ ਜਿਹੜੇ ਕਾਂਗਰਸ ਆ, ਜੋ ਵੀ ਸੈਕੂਲਰਿਸਟ ਹੈ, ਉਹਨਾਂ ਨੂੰ ਜਿਹੜਾ ਹੈ ਵੀ ਧਰਮ ਜਾਤ ਪ੍ਰਸਤੀ ਜੇ ਉਹ ਇਹ ਸਾਰੀਆਂ ਡਾਇਵਰਸ਼ਨਰੀ ਹੈ। ਤੇ ਅਸੀਂ ਲੋਕਾਂ ਨੂੰ ਜਿਹੜੇ ਐਨਲਾਈਟਨ ਕਰਕੇ ਅਸੀਂ ਉਹਨਾਂ ਨੂੰ ਹੋਰਾਂ ਗੱਲਾਂ ਦੇ ਉੱਤੇ ਲਿਜਾਵਾਂਗੇ। ਉਹ ਚੱਲ ਗਈ ਖੇਡ, ਹੁਣ ਡਿਸਕ੍ਰੈਡਿਟ ਹੋ ਗਈ ਉਹ ਦੁਨੀਆ ਪੱਧਰ ਤੇ। ਇਹ ਅੱਜ ਦੀ ਨਹੀਂ ਡਿਸਕ੍ਰੈਡਿਟ ਹੋਈ, ਜਦੋਂ ਹੌਲੋਕਾਸਟ ਹੋਇਆ, ਨਾਜ਼ੀਵਾਦ ਉੱਭਰਿਆ। ਤੁਸੀਂ ਉਹਨਾਂ ਦੀਆਂ ਬਹਿਸਾਂ ਤੇ ਉਹਨਾਂ ਦੀਆਂ ਕਿਤਾਬਾਂ ਪੜ੍ਹੋ ਬੰਦਿਆਂ ਦੀ, ਉੱਥੇ ਮੁੱਖ ਦੋਸ਼ ਹੀ ਉਹਨਾਂ ਨੇ ਇਹੀ ਠਹਿਰਾਇਆ ਸੈਕੂਲਰਿਜ਼ਮ। ਕਿ ਧਰਮ ਪ੍ਰਤੀ ਚਿੜ, ਇੰਨੀ ਨੈਗੇਟਿਵਿਟੀ, ਧਰਮ ਨੂੰ ਨਾ ਸਮਝ ਸਕਣਾ, ਪਰ ਧਰਮ ਦੀ ਤਾਕਤ ਨਾ ਬੁੱਝ ਸਕਣੀ। ਧਰਮ ਦਾ ਜ਼ਿੰਦਗੀ 'ਚ ਬੰਦੇ ਦੇ ਰੋਲ ਕੀ ਹੈ? ਵੀ ਜੇ ਪ੍ਰਾਪੇ ਗੰਡੇ ਨਾਲ ਹੀ ਅਸੀਂ ਵੀ ਬਰਿਆਈ ਆ ਵੀ ਇਹਨੂੰ ਪਾਸੇ ਮਾਰਾਂਗੇ ਹੂੰਝ ਕੇ, ਇਹ ਨਹੀਂ ਇਹਨਾਂ ਨੇ, ਕਿਸੇ ਨੇ ਨਹੀਂ ਇਹਨਾਂ 'ਚੋਂ, ਨਾ ਪੰਜਾਬ ਵਾਲਿਆਂ 'ਚੋਂ, ਨਾ ਰਾਹੁਲ ਗਾਂਧੀ ਤੋਂ ਇਹ ਹੋਣਾ ਹੈ। ਇਦੋਂ ਬਿਨਾਂ ਤਾਂ ਫਿਰ ਜਿਹੜੇ ਉਸ ਕਰਨਗੇ ਨਾ ਵੀ ਸਿੱਖਿਆ, ਉਹ ਤਾਂ ਜਿਵੇਂ ਟੀਪ ਟਾਪ ਜੀ ਨਹੀਂ ਕਰਦੇ, ਤਰੇੜਾਂ ਜੀਆਂ ਆਈਆਂ ਉਹਦੇ ਤੇ ਉਹ ਸੀਮੈਂਟ ਜਾਂ ਭਰ ਦਿਓ, ਉਹਦੇ ਨਾਲ ਕੁਛ ਵੀ ਨਹੀਂ ਬਣਦਾ। ਸੋ ਇਹ ਗੱਲ ਨਾਜ਼ੀਵਾਦ ਦੇ ਵਾਰ ਤੋਂ ਬਾਅਦ ਤਕਰੀਬਨ ਸਾਰਿਆਂ ਨੇ ਕਹਿਤੀ ਸੀ ਵੀ ਇਹ ਸੈਕੂਲਰਿਜ਼ਮ ਦੇ ਗੁਨਾਹਾਂ ਦੀ ਕੌੜੀ ਫਸਲ ਹੈ। ਦੈਟ ਵੀ ਉਹਦੀ ਜਸਟੀਫਿਕੇਸ਼ਨ ਨਹੀਂ, ਉਹਦੀ ਇੱਕ ਵਿਆਖਿਆ ਹੈਗੀ ਹੈ। ਕੌੜੀ ਫਸਲ ਤਾਂ ਹੀ ਕਹਿੰਦੇ ਆ, ਬਿਟਰ ਹਾਰਵੈਸਟ, ਸੇਮ ਇੱਥੇ ਹੈ। ਸੋ ਕਾਂਗਰਸ ਉਹਦੀ ਮੇਨ ਝੰਡਾ ਬਰਦਾਰ ਸੀ। ਆਪਾਂ ਇਕੱਲਾ ਇਹ ਨਾ ਵੀ ਬੰਦਿਆਂ ਦੇ ਕਿਰਦਾਰ, ਬੰਦੇ ਕਰਪਟ ਹੋ ਗਏ, ਬੰਦੇ ਲੁਟੇਰੇ ਬਣ ਗਏ, ਉਹ ਤਾਂ ਚਲੋ ਹੈ, ਪਿੱਛੇ ਸੋਚ ਦੀ ਗੜਬੜ ਪਈ ਹੈ, ਉਹਦੀ ਹੁਣ ਨਹੀਂ ਸੀ ਕੋਈ ਰਹੀ। ਪਹਿਲਾਂ ਵੀ ਬੰਦੇ ਲੁੱਟਦੇ ਰਹੇ ਨਾ, ਤੇਰਾ ਖਿਆਲ ਵੀ ਨਹਿਰੂ ਦੇ ਮੌਕੇ ਜਾਂ ਗਾਂਧੀ ਦੇ ਮੌਕੇ ਉਹ ਬੜੇ ਧਰਮਾਤਮਾ ਸੀਗੇ, ਪਰ ਲੋਕਾਂ ਨੂੰ ਦੂਜੀ ਗੱਲ ਸੁਪਨਾ ਬਹੁਤ ਵੱਡਾ ਦੇਤਾ ਉਹਨਾਂ ਨੇ। ਉਹ ਸੁਪਨੇ ਨੇ ਲੋਕਾਂ ਦੀਆਂ ਅੱਖਾਂ ਬੰਦ ਕਰਤੀਆਂ ਸੀ, ਲੋਕ ਉਸ ਸੁਪਨਾ 'ਚੋਂ ਨਿਕਲ ਚੁੱਕੇ ਨੇ ਬਸ। ਹੁਣ ਉਹ ਜਾਦੂ ਨਹੀਂ ਚੱਲਣਾ। ਇਹਨਾਂ ਤੋਂ ਧਰਮ ਪ੍ਰਤੀ ਆਪਦਾ ਰਵੱਈਆ ਬਦਲਿਆ ਨਹੀਂ ਜਾਣਾ, ਔਖਾ ਹੁੰਦਾ ਹੈ ਸਾਰੀ ਉਮਰ। ਫਿਰ ਇਹਨਾਂ ਦਾ ਕਰਨਗੇ ਕੀ? ਇਹ ਪਤਾ ਕੀ ਕਰ ਦੇਣ ਵੀ ਆਪਾਂ ਵੀ ਧਰਮ ਨੂੰ ਵਰਤੀਏ, ਜਿਹਨੂੰ ਕਹਿੰਦੇ ਨਾ ਯੂਟਿਲਿਟੇਰੀਅਨ ਅਪਰੋਚ, ਜਿਵੇਂ ਧਰਮ ਕੋਈ ਵਰਤਣ ਵਾਲੀ ਚੀਜ਼ ਹੈ। ਹਾਂ, ਵਰਤਿਆ ਜਾ ਸਕਦਾ ਹੁੰਦਾ, ਮੋਦੀ ਵਰਤ ਰਿਹਾ, ਬਟ ਹੀ ਇਜ਼ ਇਨ ਏ ਬੈਟਰ ਪੋਜੀਸ਼ਨ ਤੁਹਾਡੇ ਨਾਲ, ਕਿਉਂਕਿ ਉਹਨੂੰ ਕੋਈ ਐਂ ਨਹੀਂ ਵੀ ਹੁਣ ਬਦਲ ਲਈ ਗੱਲ। ਉਹ ਉਹਨਾਂ ਦੀ ਬਕਾਇਦਾ ਕਮਿਟਮੈਂਟ ਹੈ, ਉਹ ਤਾਂ ਪਹਿਲਾਂ ਤੋਂ ਸੋਚ ਕੇ, ਪਹਿਲਾਂ ਉਹ RSS ਬਿਲਕੁਲ ਹਾਸ਼ੀਏ 'ਤੇ ਰਹੀ ਹੈ ਕਿੰਨਾ ਚਿਰ, ਤੇ ਉਹ ਹੁਣ ਮੈਜੋਰਟੀ ਇੱਥੇ ਹੈਗੀ ਹੈ। ਜਦੋਂ ਮੈਜੋਰਟੀ 'ਚੋਂ ਜਗਾ ਲਿਆ ਧਰਮ ਦਾ ਜਿਹੜਾ ਹੁੰਦਾ ਇੱਕ ਆਪਦੇ ਉਹਦੇ ਵਰਤਣਾ, ਉਸ ਚੀਜ਼ ਵਾਸਤੇ ਜਨੂਨ ਉਠਾ ਲਿਆ, ਉਹਦੇ 'ਚ ਨਿਕਲੂ ਤਾਂ ਸੰਤਾਪ ਨਿਕਲ ਵੀ ਰਿਹਾ, ਆਪਾਂ ਦੇਖ ਰਹੇ ਹਾਂ, ਕੋਈ ਉਹਦੇ 'ਚੋਂ ਕੋਈ ਚੰਗੀ ਗੱਲ ਨਹੀਂ ਨਿਕਲਣੀ। ਪਰ ਇਹ ਧਰਮ ਦਾ ਨੁਕਸ ਨਹੀਂ, ਜੇ ਆਪਾਂ ਧਰਮ ਨੂੰ ਭੰਡੀਏ ਤਾਂ ਫਿਰ ਉਹਦਾ ਕੋਈ ਇਲਾਜ ਆਊ। ਸੋ ਇਹ ਇਹਨਾਂ ਦੀ ਪਹੁੰਚ ਹੈ ਟੈਕਟੀਕਲ ਵਰਤਣਾ। ਆ ਸਾਰੇ ਜਿੰਨੇ ਪੰਜਾਬ ਦੇ ਕਾਮਰੇਡ ਹੈ ਨਾ, ਤੇ ਆ ਜਿਹੜੇ ਸੰਯੁਕਤ ਸਮਾਜ ਮੋਰਚੇ ਦੇ ਜੋ ਸੋ ਕਾਲਡ ਇਹਦੇ ਨਾਲ ਜੁੜਿਆ ਹੋਇਆ ਬੁੱਧੀਜੀਵੀ ਲਾਣਾ ਸੀ ਸਾਰਾ, ਜਿਹੜੇ ਝੋਲੇ ਉੱਥੇ ਮੋਢਿਆਂ 'ਚ ਪਾ ਕੇ ਉੱਥੇ ਜਾ ਕੇ ਹਾਜ਼ਰੀਆਂ ਲਵਾਉਂਦੇ ਸੀਗੇ, ਤੇ ਇੱਕ ਹੋਰ ਹੀ ਹਵਾ 'ਚ ਫਿਰਦੇ ਸੀ ਬਸ ਹੁਣ ਤਾਂ। ਤੇ ਇਹੀ ਬੰਦੇ ਸੀ ਜਿਨ੍ਹਾਂ ਨੇ ਦੀਪ ਸਿੱਧੂ ਦੇ ਖਿਲਾਫ ਸਭ ਤੋਂ ਵੱਧ ਗੰਦਾ ਪ੍ਰਚਾਰ ਕੀਤਾ। ਸੋ ਦੀਪ ਸਿੱਧੂ ਬਾਰ-ਬਾਰ ਵਿੰਡੀਕੇਟ ਹੋ ਰਿਹਾ, ਬਾਰ-ਬਾਰ ਉਹ ਯਾਦ ਆ ਰਿਹਾ। ਅਜੇ ਵੀ ਤੁਸੀਂ ਦੇਖੋ ਲੋਕਾਂ ਨੂੰ
ਉਹਦੀਆਂ ਵੀਡੀਓਜ਼ ਕਿਵੇਂ ਚੱਲ ਰਹੀਆਂ, ਕਿੱਡੀਆਂ ਉਹ ਭਵਿੱਖਬਾਣੀ, ਇੱਕ ਗੱਲ ਭਵਿੱਖਬਾਣੀ ਸਾਬਤ ਹੋਈ ਜਾਂਦੀ ਹੈ। ਜਿਹਦਾ ਮਤਲਬ ਉਹਦੇ ਕੋਲ ਕੋਈ ਦੂਰ ਦੀ ਦ੍ਰਿਸ਼ਟੀ ਸੀ, ਐਵੇਂ ਨਹੀਂ ਸੀ, ਉਹ ਪ੍ਰਾਪੇਗੰਡਾ ਨਹੀਂ ਸੀ। ਲੱਖੇ ਤੇ ਦੀਪ ਦਾ ਇਹ ਫਰਕ ਸੀਗਾ ਬਹੁਤ ਵੱਡਾ, ਬੁਨਿਆਦੀ। ਉਹਦੇ ਕੋਲੇ ਉਹ ਸੀਗਾ, ਤੇ ਇਸ ਕਰਕੇ ਉਹ ਬਾਰ-ਬਾਰ ਇਨਵੋਕ ਵੀ ਹੋ, ਵਿੰਡੀਕੇਟ ਵੀ ਹੋ, ਉਹਦੀਆਂ ਗੱਲਾਂ ਦੀ ਪੁਸ਼ਟੀ ਹੋ ਇਹਨਾਂ ਦੇ ਨੈਗੇਟਿਵ ਵਤੀਰੇ 'ਚੋਂ। ਮੈਨੂੰ ਤਾਂ ਬੜਾ ਯਾਦ ਆਉਂਦਾ, ਜੇ ਕਿਤੇ ਉਹ ਅੱਖੀਂ ਦੇਖ ਜਾਂਦਾ ਰਿਜ਼ਲਟ, ਉਹ ਜਿਹੜਾ ਇੱਕ ਕੋਟਲੀ ਆ ਗਿੱਦੜ ਬਹੇ ਤੋਂ ਖੜਾ ਸੀ, ਫੇਸਬੁੱਕ ਹੀ ਹੈ, ਕੁਛ ਵੀ ਨਹੀਂ। ਤੇ ਉਹਦੀ ਵੱਡੀ ਪ੍ਰਾਪਤੀ ਇਹ ਹੈ ਵੀ ਦੀਪ ਦੇ ਖਿਲਾਫ ਬਹੁਤ ਬਕਵਾਸ ਕੀਤਾ ਵੱਡੀ ਪੱਧਰ ਤੇ, ਉਹਦਾ ਨੂੰ ਇਨਾਮ ਮਿਲਿਆ। ਇਸ ਹੱਦ ਤੱਕ ਵੀ ਡਾਕਟਰ ਸਵੈਮਾਨ ਨੇ ਪੰਜਾਬ 'ਚ, ਹਾਲਾਂਕਿ ਉਹ ਬੰਦਾ ਭਲਾ ਮਾਨਸ ਹੈ, 19 ਬੰਦੇ ਚੁਣੇ ਮੇਰੇ ਜਿਹੜੇ ਜੈਮ ਹੁੰਦੇ ਨੇ ਹੀਰੇ, ਵੀ ਜਿਨ੍ਹਾਂ ਦੀ ਮੈਂ ਜਾ ਕੇ ਮਦਦ ਕਰਨੀ ਆ। ਉਹਨਾਂ 'ਚ ਇੱਕ ਉਹ ਸੀ ਕੋਟਲੀ। ਉਹਨੂੰ ਪਤਾ ਕਿੰਨੀ ਵੋਟ ਪਈ ਹੈ? 800। ਮਾੜੇ ਪੰਚ ਨੂੰ ਪੈਂਦੀ ਹੁੰਦੀ ਹੈ ਅਸੈਂਬਲੀ ਹਲਕੇ 'ਚੋਂ। ਆ ਹੈ। ਸੋ ਉਹ ਦੀਪ ਸਿੱਧੂ ਉਹ ਬਾਰ-ਬਾਰ ਆਊ ਲੋਕਾਂ ਨੂੰ ਜਿੱਤ, ਤੇ ਆਉਣਾ ਵੀ ਚਾਹੀਦਾ, ਪੋਜ਼ੀਟਿਵਲੀ ਆਉਣਾ ਚਾਹੀਦਾ। ਉਹਦੀਆਂ ਗੱਲਾਂ ਦੀ ਗਹਿਰਾਈ ਤੇ ਉਹ ਲੋਕ ਸਮਝਣ ਜਰਾ, ਉਹ ਬਚਾਊ ਲੋਕਾਂ ਨੂੰ, ਉਹ ਗੱਲਾਂ ਬਚਾਉਣਗੀਆਂ, ਉਹ ਦ੍ਰਿਸ਼ਟੀ ਬਚਾਊਗੀ। ਸੋ ਇਹ ਤਾਂ ਹੋ ਗਿਆ ਨਾ, ਮਤਲਬ ਇਹਨਾਂ ਦਾ ਜਿਹੜਾ ਆਪਾਂ ਕਹਿੰਦੇ ਆ ਵੀ ਇਹ ਕੀ ਸਿੱਖ ਸਕਣਗੇ, ਇਹ ਤਾਂ ਇੰਨਾ ਕੁ ਪੱਕ ਸੀ। ਤੇ ਹੁਣ ਤਾਂ ਅੱਗੇ ਜਿਹੜਾ ਹੈਗਾ ਵੀ ਜੋ ਚੁਣੌਤੀਆਂ ਖੜੀਆਂ ਹੋ ਗਈਆਂ, ਮੈਨੂੰ ਲੱਗਦਾ ਸੀ ਉਹ 'ਤੇ ਵੀ ਆਪਾਂ ਗੱਲ ਕਰ ਲਈਏ। ਇੱਕ ਤੀਜਾ ਪਾਰਟ ਜਿਹੜਾ ਨਾ, ਜੀ, ਜਿੱਤ ਤਾਂ ਹੋਊਗੀ ਵੱਡੀ, ਜੀ ਜੀ, ਪਰ ਨਾਲ ਵੱਡੀਆਂ ਚੁਣੌਤੀਆਂ ਆ ਗਈਆਂ, ਬਹੁਤ ਵੱਡੀਆਂ। ਓਡੀ ਜ਼ਿੰਮੇਵਾਰੀ ਹੁੰਦੀ ਹੈ। ਮਤਲਬ ਮੌਜੇ ਤੁੰਗ ਨੇ ਜਦੋਂ ਇਨਕਲਾਬ ਕੀਤਾ ਹੈ ਨਾ, 22 ਸਾਲ ਆਰਮਡ ਸਟਰਗਲ ਚੱਲੀ, ਲੱਖਾਂ ਦੀ ਗਿਣਤੀ 'ਚ ਬੰਦੇ ਮਰੇ, ਲਹੂ ਡੁੱਲਿਆ। ਤੇ ਜਿੱਦੇ ਉਹਨਾਂ ਨੇ ਪੀਕਿੰਗ ਦੇ ਵਿੱਚ 3 ਮਿੰਟ ਸਕੁਅਰ 'ਚ ਲੱਖਾਂ ਕੀ ਸਮੁੰਦਰ ਸੀ ਲੋਕਾਂ ਦਾ, ਉੱਥੇ ਮਾਓ ਨੇ ਪਹਿਲੇ ਦਿਨ ਆ ਕੇ ਬੋਲਣਾ ਸੀ ਵੀ ਪਾਵਰ ਆ ਗਈ ਹੱਥ 'ਚ, ਇਨਕਲਾਬ ਹੋ ਗਿਆ। ਤੇ ਉਹ ਕਹਿੰਦੇ ਜਿਉਂ-ਜਿਉਂ ਪੋਡੀਅਮ ਤੇ ਇੱਕ ਪੱਤਰਕਾਰ ਨੇ ਲਿਖਿਆ ਕਿਸੇ ਬਾਹਰਲੇ ਨੇ, ਉਹ ਜਿਉਂ-ਜਿਉਂ ਪੌੜੀਆਂ ਤੇ ਚੜ੍ਹ ਰਿਹਾ ਸੀ ਪਿੱਛੋਂ ਦੀ, ਜਿੰਨਾ ਉਹਦਾ ਸਿਰ ਦਿਖੀ ਜਾਂਦਾ ਸੀ, ਲੋਕਾਂ ਦੀਆਂ ਅੱਖਾਂ ਉਸ ਹਿਸਾਬ ਨਾਲ ਉੱਚੀਆਂ ਹੋਈ ਜਾਂਦੀਆਂ ਸੀ। ਤੇ ਕਿੰਨਾ ਚਿਰ ਉਹ ਬੋਲ ਨਹੀਂ ਸੀ ਸਕਿਆ ਕਿ ਓਵਰਵੈਲਮਡ ਵਿਦ। ਉਹਨੇ ਫਿਰ ਬਾਅਦ 'ਚ ਐਕਸਪਲੇਨ ਕੀਤਾ, ਕਹਿੰਦਾ ਮੈਨੂੰ ਇਹ ਸੀ ਲੋਕਾਂ ਨੂੰ ਕਿੰਨੀਆਂ ਆਸਾਂ ਸਾਡੇ ਤੋਂ, ਤੇ ਜੇ ਅਸੀਂ ਉਹ ਆਸਾਂ ਪੂਰੀਆਂ ਨਾ ਕਰ ਸਕੇ, ਇਹਨਾਂ ਵਿਚਾਰਿਆਂ ਦਾ ਬਣੂ ਕੀ। ਉਹਨੂੰ ਸ਼ੱਕ ਸੀ, ਇਹ ਡਾਊਟ ਵੀ ਕੀ ਕਰ ਸਕਾਂਗੇ। ਜਿਹੜੇ ਬੰਦੇ ਨੇ 22 ਸਾਲ ਆਰਮਡ ਸਟਰਗਲ ਲੜੀ ਹੈ, ਲੋਕਾਂ ਨੂੰ ਚੁਟਕਲੇ ਸੁਣਾ ਕੇ ਵੋਟਾਂ ਇਲੈਕਸ਼ਨ ਨਹੀਂ ਜਿੱਤੀ, ਇੰਨਾ ਲਹੂ ਡੋਲ ਕੇ, ਉਹਨੂੰ ਵੀ ਸ਼ੱਕ ਸੀ, ਤੇ ਉਹ ਸ਼ੱਕ ਸਹੀ ਸਾਬਤ ਹੋਇਆ। ਲੋਕ ਬਹੁਤ ਬੁਰੀ ਤਰ੍ਹਾਂ ਨਿਰਾਸ਼ ਹੋਏ। ਸੋ ਇੱਥੇ ਹੁਣ ਇਹ ਗੱਲ ਹੈ ਵੀ ਇਹਨਾਂ ਸਾਹਮਣੇ ਚੁਣੌਤੀਆਂ ਬਹੁਤ ਵੱਡੀਆਂ। ਸੋ ਉਹਦੇ 'ਚ ਮੈਨੂੰ ਲੱਗਦਾ ਇਹਨਾਂ ਦੀਆਂ ਕੁਛ ਲਿਮੀਟੇਸ਼ਨਸ ਬੇਸਿਕ। ਇੱਕ ਤਾਂ ਇਹ ਹੈ ਕਿ ਸੰਕਟ ਜਿਹੜਾ ਹੈ ਉਹ ਵਿਅਕਤੀਆਂ ਦਾ ਨਹੀਂ ਸੀ, ਫੋਕਸ ਵਿਅਕਤੀਆਂ 'ਤੇ ਹੋਣਾ ਹੀ ਹੁੰਦਾ ਹੈ। ਲੋਕਾਂ ਦਾ ਗੁੱਸਾ ਤਾਂ ਵਿਅਕਤੀਆਂ 'ਤੇ ਫੁੱਟਣਾ ਹੈ। ਪ੍ਰੋਬਲਮ ਸਟਰਕਚਰਲ ਹੈ। ਇੱਥੇ ਫਿਰ ਦੀਪ ਸਿੱਧੂ ਆਉਂਦਾ ਹੈ। ਮਸਲਾ MSP ਦਾ ਨਹੀਂ, ਇਕੱਲੇ 3 ਬਿੱਲਾਂ ਦਾ ਨਹੀਂ, ਜੋ ਹੋਣ ਦਾ ਕਹਿੰਦਾ ਨਾ ਵੀ ਜਿਹੜਾ ਇਹ ਕਾਰਪੋਰੇਟ ਮਾਡਲ ਅਪਣਾ ਲਿਆ, ਇਹਦੇ 'ਚੋਂ ਇਹੀ ਨਿਕਲਣਾ ਸੀ। ਸਿਰਫ ਪੰਜਾਬ ਸੈਂਟਰਿਕ ਮਾਡਲ ਹੀ ਇਹਨੂੰ, ਪੰਜਾਬ ਨੂੰ ਬਚਾ ਸਕੂ। ਇਹ ਵਿਅਕਤੀਆਂ ਵੀ ਆਹ ਬਦਲ ਦਿਓ, ਇਹਨੂੰ ਲਿਆਓ, ਇਹ ਨਹੀਂ। ਸੋ ਸਟਰਕਚਰਲ ਚੇਂਜਸ, ਢਾਂਚੇ 'ਚ ਬਦਲੀਆਂ, ਕੀ ਇਹ ਆਪ ਕਰ ਸਕੂ? ਉਹ 'ਚ ਦੋਵੇਂ ਗੱਲਾਂ। ਕੀ ਉਹਨਾਂ ਨੂੰ ਇੰਨਾ ਡੂੰਘਾ ਅਹਿਸਾਸ ਹੈ, ਜਿੱਥੇ ਉਹਨਾਂ ਦੀ ਬੌਧਿਕ ਕਾਬਲੀਅਤ ਹੈ ਭਗਵੰਤ ਮਾਨ ਵਰਗਿਆਂ ਦੀ? ਕੇਜਰੀਵਾਲ ਜਦੋਂ ਆਇਆ ਪਾਵਰ 'ਚ,
ਅੰਨਾ ਹਜ਼ਾਰੇ ਦੀ ਮੂਵਮੈਂਟ 'ਚੋਂ ਉਹਨੇ ਪਹਿਲਾਂ ਇਹ ਗੱਲਾਂ ਕੀਤੀਆਂ ਵੀ ਇਹ ਕਾਰਪੋਰੇਟ ਢਾਂਚਾ ਹੀ ਬਦਲਣਾ ਪੈਣਾ। ਹੁਣ ਉਹਦੇ ਟੋਟਲ ਡਿਸਕੋਰਸ 'ਚੋਂ ਗਾਇਬ ਹੋ ਗਿਆ ਇਹ ਸ਼ਬਦ, ਕਿਉਂਕਿ ਉਹਨੂੰ ਪਤਾ ਸੀ, ਉਹ ਵਰਤਿਆ ਵੀ, ਪਰ ਉਹਦੀ ਵਿਲ, ਉਹਦੀ ਨੀਤ, ਉਹਦਾ ਇਰਾਦਾ ਨਹੀਂ ਸੀ। ਉਹ ਅੱਜ ਵੀ ਉਵੇਂ ਹੀ ਹੈ। ਤੇ ਗੱਲ ਕੇਜਰੀਵਾਲ ਤੋਂ ਡਿਸਾਈਡ ਹੋਣੀ ਹੈ, ਦਿੱਲੀ ਤੋਂ ਡਿਸਾਈਡ ਹੋਣੀ ਹੈ। ਭਗਵੰਤ ਮਾਨ ਨੇ ਮੋਹਰਾ ਹੀ ਬਣਨਾ ਹੈ, ਇਹ 'ਚ ਤਾਂ ਕੋਈ ਦੋ ਰਾਮਾ ਨਹੀਂ। ਜਿਵੇਂ ਉਹਨੇ ਪਿਛਲੇ 8 ਸਾਲਾਂ 'ਚ ਦਿਖਾਇਆ, 14 ਤੋਂ ਲੈ ਕੇ ਹੁਣ ਤੱਕ ਪਾਰਟੀ 'ਚ ਕਿੰਨੇ ਬੰਦੇ ਟੁੱਟੇ, ਚੰਗੇ ਬੰਦੇ, ਇੱਕ ਵੀ ਮੌਕੇ ਤੇ ਭਗਵੰਤ ਮਾਨ ਅਸੂਲੀ ਪੋਜੀਸ਼ਨ ਨਹੀਂ ਲਈ ਵੀ ਇਹ ਗਲਤ ਹੋ ਰਿਹਾ ਹੈ। ਇਟ ਮੀਨਸ ਅੱਜ ਇਹ ਗੱਲ ਮੇਰੀ ਓਪਰੀ ਲੱਗੂਗੀ, ਕਿਉਂਕਿ ਉਹ ਜਿੱਡੀ ਵੱਡੀ ਉਹਨੇ ਜਿੱਤ ਹਾਸਲ ਕੀਤੀ, ਲੋਕਾਂ ਦਾ ਪੁੱਤ, ਪਿੰਡ ਦਾ, ਪੰਜਾਬ ਦੀ ਮਿੱਟੀ ਦਾ, ਉਹ ਸਾਰਾ ਕੁਝ ਠੀਕ ਹੈ, ਪਰ ਇਹ ਮਨ ਜੋ ਕੈਰੀਰਿਸਟ ਹੈ। 8 ਸਾਲ ਦਾ ਇਤਿਹਾਸ ਦੇਖ ਲਓ, ਕਿਸੇ ਇੱਕ ਮੌਕੇ ਤੇ ਕੇਜਰੀਵਾਲ ਨੂੰ ਚੈਲੰਜ ਕੀਤਾ ਹੋ, ਕਿੱਡੇ ਉਹਦੇ ਮਤਲਬ ਜਿਹੜੇ ਅਨਪ੍ਰਿੰਸੀਪਲਡ ਡਿਸੀਜਨ ਹੋਏ ਆ। ਸੋ ਇਸ ਕਰਕੇ ਉਹ ਆਪ ਫੈਸਲੇ ਨਹੀਂ ਕਰ ਸਕੂ। ਮੈਨੂੰ ਬਹੁਤ ਭਰੋਸੇਯੋਗ ਸੋਮੇ ਤੋਂ ਪਤਾ ਲੱਗਿਆ ਰਾਘਵ ਚੱਡਾ ਉਹਦਾ ਐਡਵਾਈਜ਼ਰ ਹੋਊ। ਟੋਟਲ ਅਫਸਰਸ਼ਾਹੀ ਦੀਆਂ ਨਿਯੁਕਤੀਆਂ ਉਹ ਡਿਸਾਈਡ ਕਰੂ, ਕੇਜਰੀਵਾਲ ਦੇ ਸਲਾਹ ਲੈ ਕੇ। ਜਿਵੇਂ ਚੰਨੀ ਦਿਨ 'ਚ 2-2 ਵਾਰ ਵੀ ਦਿੱਲੀ ਦੇ ਗੇੜੇ ਕੱਢਦਾ ਸੀ, ਉਵੇਂ ਭਗਵੰਤ ਮਾਨ ਕੱਢੂ। ਤੇ ਅੱਜ ਉਹ ਦਿੱਲੀ ਸੀ, ਉੱਥੇ ਸਭ ਕੁਝ ਤੈਅ ਹੋਣਾ, ਮਿਨਿਸਟਰੀ ਕਿਹੜੀ, ਡਿਪਾਰਟਮੈਂਟ, ਫਿਰ ਟੋਟਲ DGP ਕੌਣ, ਐਡਵੋਕੇਟ ਜਨਰਲ ਕੌਣ, ਇਹ ਸਾਰੀ ਅਫਸਰਸ਼ਾਹੀ ਦਾ ਫੈਸਲਾ ਭਗਵੰਤ ਮਾਨ ਨੇ ਨਹੀਂ ਕਰਨਾ। ਉਹਦੇ ਮੂੰਹੋਂ ਅਨਾਊਂਸਮੈਂਟਾਂ ਹੋਇਆ ਕਰਨਗੀਆਂ। ਸੋ ਭਗਵੰਤ ਮਾਨ ਨੋ ਡਾਊਟ ਪਾਪੂਲਰ ਲੀਡਰ ਹੈ, ਪਰ ਨਾਲ ਉਹ ਪਾਪੂਲਿਸਟ ਵੀ ਹੈ। ਪਾਪੂਲਿਸਟ ਮੀਨਸ ਉਹਦੇ 'ਚ ਲੋਕਾਂ ਨੂੰ ਖੁਸ਼ ਰੱਖਣ ਦੀ, ਤੇ ਖੁਸ਼ ਕਰਨ ਦੀ, ਤੇ ਹਸਾਉਣ ਦੀ ਸਮਰੱਥਾ ਹੈ। ਪਰ ਇਹ ਸਮਰੱਥਾ ਉਦੋਂ ਕਾਰਗਰ ਹੁੰਦੀ ਹੈ ਜਦੋਂ ਤੁਸੀਂ ਅਪੋਜੀਸ਼ਨ 'ਚੋਂ ਕਿਸੇ ਨੂੰ ਢਾਉਣਾ ਹੈ, ਉਦੋਂ ਇਹ ਸਮਰੱਥਾ ਬੜਾ ਕੰਮ ਦਿੰਦੀ ਹੈ। ਜਦੋਂ ਤੁਸੀਂ ਆਪ ਉੱਥੇ ਆ ਗਏ, ਉੱਥੇ ਲੋਕਾਂ ਨੂੰ ਖੁਸ਼ ਕਰਕੇ, ਹਸਾ ਕੇ, ਉੱਥੇ ਤਾਂ ਇਹ ਕੰਮ ਨਹੀਂ ਚੱਲਣਾ। ਉੱਥੇ ਤੁਸੀਂ ਡਿਲੀਵਰ ਕੀ ਕਰਦੇ ਹੋ, ਬਸ। ਤੇ ਦੂਜੀ ਗੱਲ, ਪੰਜਾਬ ਦੇ ਲੋਕਾਂ 'ਚ ਜਿੰਨੀ ਜਾਗਰੂਕਤਾ ਆ ਗਈ ਇਸ ਪੱਖੋਂ, ਤਾਂ ਨਾ ਮਤਲਬ ਇਹ ਕਹਿ ਲਓ ਕਿ ਦੁਨੀਆ ਵਿੱਚ ਹੀ ਪੰਜਾਬ ਦਾ ਝੰਡਾ ਫਿਰ ਬੁਲੰਦ ਹੈ। ਬਾਕੀ ਥਾਵਾਂ 'ਤੇ ਇਲੈਕਸ਼ਨ ਦੇ ਰਿਜ਼ਲਟ ਦੇਖੋ, ਰੋਣ ਆਉਂਦਾ ਹੈ। ਕਿਸੇ ਨੇ ਮਹਿੰਗਾਈ ਦੀ ਨਹੀਂ ਪਰਵਾਹ ਕੀਤੀ, ਤੇਲ ਦੀਆਂ ਕੀਮਤਾਂ ਦੀ ਨਹੀਂ ਪਰਵਾਹ ਕੀਤੀ। ਲੋਕਾਂ 'ਤੇ ਕਿੰਨਾ ਜ਼ੁਲਮ ਹੋ ਰਿਹਾ ਹੈ, ਕਿਸ ਕਿਸਮ ਦੀ ਉਹ ਗੁੰਡਿਆਂ ਦੀ ਪਾਰਟੀ ਬਣ ਚੁੱਕੀ ਹੈ। ਲਖੀਮਪੁਰ ਖੀਰੀ ਵਾਲਾ ਕਾਂਡ ਕਿਸਾਨਾਂ ਦਾ, ਸ਼ਾਨਦਾਰ ਜਿੱਤ, ਸਾਰੇ ਜ਼ਿਲ੍ਹੇ 'ਚੋਂ ਉਹਦੇ ਬੰਦੇ ਟੈਣੀ ਦੇ ਜਿੱਤੇ ਆ। ਪੰਜਾਬ ਐ ਨਹੀਂ ਕਰੂਗਾ। ਇਹਦਾ ਕਾਰਨ ਕੋਈ ਲੈਫਟ ਦਾ ਪ੍ਰਾਪੇਗੰਡਾ ਜਾਂ ਨੈਰੇਟਿਵ ਨਹੀਂ, ਉਹ ਗੁਰੂਆਂ ਦੀ ਕਮਾਈ ਹੈ। ਆਪਾਂ ਬਹੁਤ ਵਾਰ ਕਹਿ ਚੁੱਕੇ ਹਾਂ ਵੀ ਉਹ ਐਵੇਂ ਨਹੀਂ, ਉਹਦੀ ਜੜ ਬਹੁਤ ਡੂੰਘੀ ਹੈ, ਵਾਰ-ਵਾਰ ਉੱਠੂ। ਤੇ ਪਿਛਲੇ 1914 ਤੋਂ ਲੈ ਕੇ ਹੁਣ ਤੱਕ ਕੱਲਾ ਪੰਜਾਬ ਹੈ ਜਿਹੜਾ ਉਹਨੂੰ ਫੜਦਾ ਲਗਾਮ, ਉਹਦੀ ਹਿੰਦੂਤਵ ਦੇ ਘੋੜੇ ਦੀ, ਜਿਹੜਾ ਬਾਕੀ ਸਾਰੇ ਥਾਵਾਂ 'ਤੇ ਲਤਾੜਦਾ ਫਿਰਦਾ ਹੈ। ਇਹ ਗੁਰੂਆਂ ਦੀ ਕਮਾਈ ਹੈ। ਪਰ ਇਹ ਵੀ ਦਾ ਫਾਇਦਾ ਪੰਥਕ ਧਿਰਾਂ ਨਹੀਂ ਲੈ ਸਕਦੀ। ਇਹ ਬਹੁਤ ਵੱਡਾ ਸਵਾਲ ਹੈ। ਦਾਅਵੇਦਾਰ ਉਹ ਸਿੱਖੀ ਦੀਆਂ, ਤੇ ਜਿਹਦਾ ਸਿੱਖੀ ਨਾਲ ਵਾਸਤਾ ਹੀ ਨਹੀਂ, ਆਮ ਆਦਮੀ ਪਾਰਟੀ, ਤੇ ਉਹ ਉਹਦਾ ਫਾਇਦਾ ਲੈ ਰਹੀ ਹੈ ਲੋਕਾਂ ਦੇ ਇਹ ਕਹਿ ਲਓ ਕਿ ਇੱਕ ਆਤਮ ਚੀਨਣ ਦਾ ਮਾਮਲਾ ਪੰਥਕ ਧਿਰਾਂ ਦੇ ਸਾਹਮਣੇ, ਵਿਦਵਾਨਾਂ ਤੋਂ ਲੈ ਕੇ ਉਹ ਜਿਹੜੇ ਸਾਰੇ ਧੜੇ ਨੇ ਉਹਨਾਂ ਦੇ ਆਗੂਆਂ ਤੱਕ। ਇੱਕ ਪੱਖੋਂ
ਆਸ ਪੂਰੀ ਹੈ। ਉਹ ਜਿਹੜੀ ਆਪਾਂ ਬਾਰ-ਬਾਰ ਕਹਿੰਦੇ ਆ ਕਿ ਇਹ ਅਕਾਲ ਪੁਰਖ ਦੀ ਸਿਰਜਣਾ ਹੈ, ਤਾਂ ਉਹ ਆਪ ਕੋਈ ਉਪਾਅ ਕਰਦਾ ਹੈ। ਇਹ ਜਿਹੜੀ ਦੀਪ ਸਿੱਧੂ ਦੀ ਕਨਵਿਕਸ਼ਨ ਸੀ, ਇੰਨੀ ਨੇਚਾ, ਅਕਾਲ ਪੁਰਖ ਅਗਵਾਈ ਕਰ ਰਿਹਾ ਹੈ, ਇਹ ਕਲਾ ਵਾਪਰ ਰਹੀ ਹੈ। ਜਿਹੜੇ ਉਹਨੂੰ ਟੀਚਰਾਂ ਕਰਦੇ ਸੀ ਉਹ ਦਿਖਾਤਾ ਹੈ। ਉਹ ਖੁਦ ਇੱਕ ਕਲਾ ਵਰਤੀ ਸੀ ਦੀਪ ਸਿੱਧੂ ਦਾ ਇੱਥੇ ਆਉਣਾ, ਕਿਹੋ ਜਿਹੀ ਲਾਈਫ ਛੱਡ ਕੇ ਅਚਾਨਕ। ਉਹ ਪਹਿਲੀ ਉਹਦੀ ਜਿਹੜੀ ਮੀਟਿੰਗ ਆ ਕਿਸਾਨ ਭਵਨ 'ਚ ਕਿਸਾਨ ਆਗੂਆਂ ਨਾਲ, ਉਹਦੀ ਪ੍ਰੈਸ ਕਾਨਫਰੰਸ ਅੱਜ ਦੁਬਾਰਾ ਦੇਖੋ। ਉਦੋਂ ਨਾ ਉਹ ਮੈਨੂੰ ਮਿਲਿਆ, ਨਾ ਮੈਂ ਉਹਨੂੰ ਜਾਣਦਾ, ਕਿਸੇ ਨੂੰ ਵੀ ਨਹੀਂ ਮਿਲਿਆ। ਉਹਦੇ ਤੁਸੀਂ ਉਹਦੀਆਂ ਉਹ ਗੱਲਾਂ ਸੁਣੋ। ਉਹ ਤਾਂ ਲਗਾਤਾਰ ਇਹ ਨਾ, ਇਹ ਸਾਰੇ ਜਿਹੜਾ ਪੰਜਾਬ ਹੈ ਨਾ, ਜਿਹੜੇ ਦੀ ਕੋਈ ਕਿਸਮਤ ਬਦਲਣੀ ਹੈ, ਚਲੋ ਗੁਰੂਆਂ ਤੋਂ ਤਾਂ ਪ੍ਰੇਰਨਾ ਲੈਣੀ ਹੈ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਵੀ ਲੈਣੀ ਹੈ। ਇੱਥੇ ਦੀਪ ਸਿੱਧੂ ਰੈਫਰੈਂਸ ਪੁਆਇੰਟ ਵਾਰ-ਵਾਰ ਵੀ ਉਹਨੂੰ ਡੀਕੋਡ ਕਰੋ। ਇਹ ਕੀ ਸੀ ਸਾਰਾ ਕੁਛ? ਤੁਸਬ ਪਾਸੇ ਛੱਡ ਦਿਓ। ਇਹ ਤੁਸਬ ਨਾ ਲੈਫਟ ਛੱਡ ਸਕਦਾ, ਨਾ ਕੁਛ ਪੰਥਕ ਧਿਰਾਂ। ਹੁਣ ਤੱਕ ਦਾ ਅਮਲ ਉਹਨਾਂ ਦਾ ਦਿਖਾਤਾ ਉਹਨਾਂ ਨੇ। ਉਹੀ ਹੂਬ ਚਲੋ ਹੁਣ ਵਰਤ ਲਓ ਇਹਨੂੰ, ਜੇ ਉਹਦੇ ਪੱਖ 'ਚ ਲਹਿਰ ਜੀ ਬਣ ਗਈ, ਇਹਨੂੰ ਵਰਤ ਲਓ। ਇਮਾਨਦਾਰ ਅਪਰੋਚ ਨਹੀਂ ਇਹ। ਸੋ ਰਮਨੀਕ ਸਿੰਘ ਆ ਵਾਹਿਗੁਰੂ ਤੇ ਭਰੋਸਾ ਹੈ, ਬੰਦਿਆਂ ਤੇ ਵਿਅਕਤੀਆਂ ਤੇ ਨਹੀਂ। ਸਿਮਰਜੀਤ ਸਿੰਘ ਮਾਨ ਨੂੰ ਜ਼ਰੂਰ ਹੈ ਵੀ ਉਹਦੀ ਪਿਛਲੇ ਸਾਰੇ ਪੀੜ 'ਚ ਜਿੰਨੀ ਨਿਰਾਸ਼ਾਜਨਕ ਪਰਫਾਰਮੈਂਸ ਹੁੰਦੀ ਸੀ, ਬੜੀ ਨਮੋਸ਼ੀ ਹੁੰਦੀ ਸੀ ਪੰਥ ਨੂੰ ਵੀ, ਉਹ ਐਤਕੀ ਮਤਲਬ ਵੋਟ ਪਈ ਆ ਬਹੁਤ। ਇਹਦੇ 'ਚ ਫਿਰ ਜਿਹੜਾ ਫੈਸਲਾ ਕੁਨ ਰੋਲ ਆ ਦੀਪ ਸਿੱਧੂ ਦਾ। 3 ਦਿਨਾਂ 'ਚ ਯਾਰ ਹਾਲਾਤ ਬਦਲਦੇ ਨੇ, 3 ਦਿਨਾਂ 'ਚ। ਉਹੀ ਮਾਨ ਸਾਹਿਬ ਹੈ, ਕਿੰਨੇ ਚਿਰ ਤੋਂ ਲੱਗੇ ਪਏ ਨੇ, ਉਹੀ ਉਹਦੀ ਕੁਰਬਾਨੀ ਹੈ, ਉਹੀ ਉਹਦੀ ਪਾਰਟੀ ਹੈ, ਉਹੀ ਪ੍ਰਾਪੇ ਗੰਡਾ ਹੈ, ਉਹੀ ਗੱਲਾਂ ਨੂੰ, ਉਹੀ ਲੋਕ ਨੂੰ। ਇੱਕ ਮੌਕੇ ਨਹੀਂ ਰਿਸਪੌਂਸ ਦੇ ਰਹੇ, ਦੀਪ ਸਿੱਧੂ ਆਇਆ, ਇੱਕਦਮ ਬਦਲ ਗਿਆ ਸਾਰਾ ਕੁਛ। ਸੋ ਜਿੰਨੀ ਉਹਨੂੰ ਐਤਕੀ ਅੱਗੇ ਹੁੰਦੀ ਸੀ ਨਿਰਾਸ਼ਾਜਨਕ, ਐਤਕੀ ਜਿੰਨੀ ਸ਼ਾਨਦਾਰ ਵੋਟ ਪਈ ਹੈ। ਜਿੱਤ ਹਾਰ ਨੂੰ ਛੱਡ ਦਿਓ, ਉਹ ਮਾਣ ਵਾਲੀ ਗੱਲ ਹੈ ਪੰਥ ਵਾਸਤੇ। ਕੁਛ ਤਾਂ ਖੜੇ ਨਾ, ਫਿਰ ਇਕੱਲੇ ਉੱਥੇ ਨਹੀਂ, ਟੋਟਲ ਪੰਜਾਬ 'ਚ ਜਿਹੜੇ ਕੈਂਡੀਡੇਟਸ ਨੂੰ ਅੱਗੇ ਸੈਂਕੜਿਆਂ 'ਚ ਵੀ ਨਹੀਂ ਸੀ ਜਾਂਦੀ, ਉਹ ਹਜ਼ਾਰਾਂ 'ਚ ਗਈ ਹੈ। 2-3 ਥਾਵਾਂ 'ਤੇ ਉਹ ਦੂਜੇ ਨੰਬਰ 'ਤੇ ਆਇਆ ਨਾਪ ਤੋਂ, ਕਾਂਗਰਸ ਤੇ ਅਕਾਲੀਆਂ ਨੂੰ ਪਛਾੜਿਆ ਹੈ। ਇਸ ਪੱਖੋਂ ਇਹ ਬੰਦਿਆਂ ਦੇ ਹੌਸਲਾ ਵਧਿਆ, ਪਰ ਇਹਨੂੰ ਉਹ ਕੰਸੋਲੀਡੇਟ ਕਰ ਸਕਣ, ਪੱਕੇ ਪੈਰੀ ਕਰ ਸਕਣ, ਇਹ ਫਿਰ ਇੱਕ ਕੁਐਸਚਨ ਮਾਰਕ ਹੈ। ਕਿਉਂਕਿ ਪਿਛਲਾ ਤਜਰਬਾ ਪਿਆ ਹੈ, ਪਿਛਲੀ ਪ੍ਰੈਕਟਿਸ ਪਈ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ। ਉਹਨੂੰ ਗਲਤ ਕਹਿਣ ਵਾਲੇ ਤਾਂ ਹੈਗੇ ਆ, ਉਹਨਾਂ ਦੀ ਆਪਦੀ ਵੀ ਪਈ ਹੈ, ਗਲਤ ਕਹਿਣ ਵਾਲਿਆਂ ਦੀ ਵੀ। ਸੋ ਜੇ ਤੁਸੀਂ ਸਾਰੇ ਮਤਲਬ ਨਾ ਇਹਨੂੰ ਪੂਰਾ ਇਮਾਨਦਾਰੀ ਨਾਲ ਆਤਮਚੀਨਨ ਨਹੀਂ ਕਰਦੇ, ਗੁਰੂ ਨੂੰ ਸਨਮੁਖ ਹੋ ਕੇ, ਇਹ ਕੋਈ ਟੈਕਨੀਕਲ ਗੱਲ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੰਜ ਸਿੰਘ ਬਹਿ ਜਾਓ, ਇਹ ਟੈਕਨੀਕਲ ਗੱਲਾਂ ਨਹੀਂ ਹੈ। ਉਹ ਤੁਹਾਡੇ ਗੁਰੂ ਅੰਦਰ ਹੋਣਾ ਚਾਹੀਦਾ, ਫੇਰ ਤਾਂ ਸਭ ਕੁਝ ਪਤਾ ਲੱਗ ਜੂ ਤੁਹਾਨੂੰ, ਹੋ ਜੂ ਰੌਸ਼ਨੀ। ਜਿਹੜੇ ਦੀਪ ਬਾਰੇ ਐਡੇ ਤਵੱਸਬ ਬਣੇ ਨਹੀਂ, ਨਫ਼ਰਤ ਪਾਲੀ ਮਨਾਂ 'ਚ, ਉਹ ਵੀ ਨਿਕਲ ਜੂ। ਸੋ ਵੱਡੀਆਂ ਜ਼ਿੰਮੇਵਾਰੀਆਂ ਆ ਗਈਆਂ ਸਾਰਿਆਂ 'ਤੇ। ਇੱਥੇ ਹੁਣ ਇੱਕ ਨੇ ਟੈਸਟ ਹੋਣਾ ਭਗਵੰਤ ਮਾਨ ਤੋਂ ਲੈ ਕੇ। ਸੋ ਅੱਜ ਆਪਾਂ ਨੂੰ ਇਹ ਕਹਿੰਦੇ ਆ, ਥੋੜ੍ਹੀ ਜਿਹੀ ਚੰਗਾ ਨਹੀਂ ਲੱਗਣਾ ਲੋਕਾਂ ਨੂੰ ਨਾ ਵੀ ਐਡੀ ਵੱਡੀ ਯਾਰ ਜਿੱਤ ਕੀਤੀ ਆ ਉਹਨੇ, ਉਹ ਕਰ ਲੂ, ਰੱਬ ਕਰੇ ਕਰ ਲੇ। ਇੱਕ ਪੋਸੀਬਿਲਿਟੀ ਮੈਂ ਅਜੇ ਵੀ ਦੇਖ ਰਿਹਾ, ਇਹ ਵਾਪਰ ਜਾਂਦਾ ਕਈ ਵਾਰ। ਜਿਵੇਂ ਕਹਿੰਦੇ ਨਾ ਬੋਤਲ 'ਚੋਂ ਭੂਤ ਕੱਢ ਲਿਆ, ਉਹ ਕਿਸੇ ਮੌਕੇ ਕੇਜਰੀਵਾਲ ਨੂੰ ਅੱਖਾਂ ਦਿਖਾ ਸਕਦਾ। ਇਹ ਟੈਸਟ ਹੋਣਾ, ਪਰ ਜੇ ਇੰਨੇ ਹੁੰਗਾਰੇ ਤੋਂ ਬਾਅਦ ਵੀ ਉਹਦਾ ਫਿਰ ਉਹ ਮਤਲਬ ਪੈਰ ਪੈਰ 'ਤੇ ਸੁਪਰੀਮੋ ਸੁਪਰੀਮੋ ਸੁਪਰੀਮੋ। ਉਹਨਾਂ ਦੇ ਬੰਦੇ ਇੱਥੇ ਆਉਣੇ ਨੂੰ OSD ਬਣ ਉਹਨਾਂ ਨੇ ਸਭ ਕੁਛ ਆਪਦੇ ਹੱਥ 'ਚ ਲੈਣਾ। ਇਹ ਬਹੁਤ ਵੱਡੀ ਚੁਣੌਤੀ ਜਿਹੜੇ ਪੰਜਾਬ ਦੇ ਲੋਕ
ਜਿੱਤੇ ਹੋਏ ਕੈਂਡੀਡੇਟ ਜਿਨ੍ਹਾਂ ਨੇ ਵੋਟਾਂ ਵੀ ਪਾਈਆਂ, ਵੀ ਜੇ ਉਹ ਇਸ ਮਿੱਟੀ ਨਾਲ ਉਹਨਾਂ ਨੂੰ ਪਿਆਰ ਹੈ ਨਾ ਸੱਚੀ, ਇਸ ਧਰਤੀ ਦੇ ਨਾਲ, ਗੁਰੂਆਂ ਦੀ ਧਰਤੀ ਨਾਲ, ਫਿਰ ਉਹ ਆਹ ਗੁਲਾਮੀ ਜਿਹੜੀ ਹੈ, ਜਿਹੜੀ ਦੀਪ ਸਿੱਧੂ ਬਾਰ-ਬਾਰ ਕਹਿੰਦਾ ਸੀ, ਸੰਗਲ, ਮਾਨਸਿਕ ਗੁਲਾਮੀ ਦੇ ਸੰਗਲ, ਉਹ ਜੰਜੀਰਾਂ, ਉਹਨਾਂ ਨੂੰ ਉਹ ਤੋਂ ਮੁਕਤ ਹੋਣਾ ਪਊ। ਇਹ ਔਖਾ ਕੰਮ ਨਹੀਂ ਹੁਣ ਪੰਜਾਬ ਨੇ ਦਿਖਾਤਾ, ਥੋੜ੍ਹੀ ਜਿਹੀ ਹਿੰਮਤ ਕਰਨ, ਬਸ ਇਹ ਕਹਿਣ ਕੀਪ ਆਫ ਪੰਜਾਬ। ਦਿੱਲੀ ਪੰਜਾਬ ਨਹੀਂ, ਦਿੱਲੀ ਦਾ ਮਾਡਲ ਪੰਜਾਬ ਤੇ ਕਿਵੇਂ ਲਾਗੂ ਹੋ ਜੂ? ਪੰਜਾਬ ਦੇ ਲੋਕਾਂ ਦੀਆਂ ਆਪਦੀਆਂ ਕੌਮੀ ਐਸਪੀਰੇਸ਼ਨਸ, ਰੀਝਾਂ, ਇਹਨੂੰ ਰੀਜਨਲ ਕਹਿਣਾ ਵੀ ਗਲਤ ਹੈ, ਰੀਜਨਲ ਐਸਪੀਰੇਸ਼ਨਸ ਕਹਿੰਦੇ ਨੇ ਉਹ, ਇਹਦੇ ਵਿੱਚ ਫੇਰ ਇੱਕ ਗੜਬੜ ਹੈ। ਰੀਜਨਲ ਕਿਉਂ ਹੈ? ਕੌਮੀ ਹੈ, ਪੰਜਾਬ ਦੀ ਕੌਮੀ ਪਾਰਟੀ ਕਹੋ, ਜਿਹੜੀ ਪੰਜਾਬ ਸੈਂਟਰਿਕ ਪਾਰਟੀ ਦੀਪ ਕਹਿੰਦਾ ਸੀ, ਉਹ ਪੰਜਾਬ ਦੀ ਕੌਮੀ ਪਾਰਟੀ ਹੋਵੇ। ਰੀਜਨਲ ਕਿਉਂ ਹੋਵੇ? ਰੀਜਨਲ ਤਾਂ ਕੋਈ ਕੇਂਦਰ ਹੈ, ਉਹਦੇ ਅਧੀਨ ਇੱਕ ਰੀਜਨ ਵਾਲੇ ਨੇ। ਇਹ ਸਾਰੀ ਸ਼ਬਦਾਵਲੀ ਬਸ ਸਾਨੂੰ ਬਦਲਣੀ ਪੈਣੀ ਹੈ। ਸੋ ਮੇਰਾ ਖਿਆਲ ਕਿ ਹੁਣ ਅਜੇ ਤੱਟ-ਫੱਟ ਜਿੰਨੀਆਂ ਕੁ ਆਪਾਂ ਗੱਲਾਂ ਕਰ ਸਕਦੇ ਹਾਂ, ਪਰ ਇਹ ਤਾਂ ਬਹਿਸ ਅਜੇ ਚੱਲਣੀ ਹੈ। ਤਾਂ ਹੁਣ ਅਜੇ ਤਾਂ ਫਿਲਮ ਸ਼ੁਰੂ ਹੋਣੀ ਆ, ਉਹ ਤਾਂ ਇੱਕ ਉਹਦਾ ਸੀਨ ਜਾਂ ਉਹ ਹੋ ਗਿਆ ਖਤਮ, ਤੇ ਇਹਦੇ 'ਚੋਂ ਬੜਾ ਕੁਝ ਸਿੱਖਣ ਨੂੰ ਆ, ਤੇ ਆਪਾਂ ਵਾਰ-ਵਾਰ ਇਹਨੂੰ ਕਰਾਂਗੇ ਡਿਸਕਸ ਜੀ। ਹਾਂਜੀ। ਸੋ ਇਹ ਸਨ ਸਰਦਾਰ ਅਜਮੇਰ ਸਿੰਘ ਜੀ, ਜਿਨ੍ਹਾਂ ਤੋਂ ਅਸੀਂ ਇਹਨਾਂ ਚੋਣਾਂ ਦੇ ਨਤੀਜਿਆਂ ਬਾਰੇ ਪਹਿਲਾ ਪ੍ਰਤੀਕਰਮ ਲਿਆ, ਤੇ ਇਹਨਾਂ ਚੋਣਾਂ ਦੀ ਇਹਨਾਂ ਦੇ ਰਾਹੀਂ ਅਸੀਂ ਕੁਝ ਵਿਆਖਿਆ ਸੁਣੀ। ਇਸ ਨਾਲ ਹੀ ਹੁਣ ਅਸੀਂ ਆਪ ਜੀ ਤੋਂ ਇਜਾਜ਼ਤ ਲੈਂਦੇ ਹਾਂ। ਅਗਲੀ ਵਾਰੀ ਫੇਰ ਆਪ ਜੀ ਨਾਲ ਕੋਈ ਨਵਾਂ ਮੌਜੂ ਲੈ ਕੇ ਰੂਬਰੂ ਹੋਵਾਂਗੇ। ਇਹਨਾਂ ਸ਼ਬਦਾਂ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।